आजकल ਜਿਹੜੇ ਪੇਸ਼ੈਂਟ ਨੇ ਕਿਸ ਕੈਂਸਰ ਦੇ ਜ਼ਿਆਦਾ ਤੁਹਾਡੇ ਕੋਲ ਆ ਰਹੇ ਨੇ? कैंसर ज़्यादातर अपने ब्रेस्ट कैंसर बहुत कॉमन है और एक बच्चेदानी के मुंह का सर्वाइकल कैंसर है। हर केस ਦੇ ਵਿੱਚ ਜਿਹੜੀ सर्जरी है वो पॉसिबल है? आजकल कुछ अच्छी दवाइयां आने के कारण कुछ ऐसे केसेस में भी सर्जरी पॉसिबल है जिनमें बीमारी फैल गई होती है। ਬੱਚੇਦਾਨੀ ਦੇ ਮੂੰਹ ਦੀ ਕੈਂਸਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅੱਜਕੱਲ ਇਸ ਦੀ ਵੈਕਸੀਨ ਜਿਹੜੀ ਹੈ ਬੜੀ ਟ੍ਰੈਂਡ ਦੇ ਵਿੱਚ ਹੈ। ਕੀ ਉਹ ਕਾਰਗਰ ਸਿੱਧ ਹੋ ਰਹੀ ਹੈ? ਇੱਕ ਵਾਇਰਸ ਹੁੰਦਾ ਹੈ ਜੋ ਹਿਊਮਨ ਪੈਪਿਲੋਮਾ ਵਾਇਰਸ ਕਹਿੰਦੇ ਜਿਹਨੂੰ, ਉਹ ਕਾਰਨ ਹੈ ਉਹਦਾ। तो 2 या 3 इंजेक्शंस होते हैं एंड इससे काफ़ी अच्छा हमें जो वो वायरस है उसके अगेंस्ट प्रोटेक्शन मिल जाती है। ਕੁਝ ਪੇਸ਼ੈਂਟਸ ਦੇ ਵਿੱਚ ਇਹ ਧਾਰਨਾ ਹੈ ਕਿ ਜਿਵੇਂ ਸਾਡੀ ਏਜ ਜ਼ਿਆਦਾ ਹੈ ਜਾਂ ਉਹ ਜਿਹੜੀ ਕੀਮੋਥੈਰੇਪੀ ਹੈ ਉਹ ਅਸੀਂ ਚੱਲ ਨਹੀਂ ਸਕਦੇ, ਸਾਡੀ ਬਾਡੀ ਉਸ ਨੂੰ ਚੱਲਣ ਦੇ ਯੋਗ ਨਹੀਂ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? तो ये गलत धारणा है कि कीमोथेरेपी लगा के मरीज की लाइफ खराब हो जाएगी, मरीज खाना पीना नहीं खा पाएगा या क्वालिटी ऑफ लाइफ खराब हो जाएगी। ऐसी गल बिल्कुल नहीं है। ਸੁਪਰ ਫੂਡ ਨੇ ਜਿਹੜੇ ਕੈਂਸਰ ਨੂੰ ਪ੍ਰੀਵੈਂਟ ਕਰਦੇ ਨੇ ਉਹ ਕਿਹੜੇ-ਕਿਹੜੇ ਨੇ? प्रोटीन्स का सेवन ज़्यादा लेना, फैट्स वगैरह कार्बोहाइड्रेट्स घट लेना, घर का ताज़ा खाना खाना, एक्सरसाइज वगैरह करना, ये चीज़ों नाल आपां कैंसर नूं कुछ हद तक प्रिवेंट कर सकते हैं। ਜਿਹੜਾ ਤੁਹਾਡੇ ਕੋਲ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਆਇਆ ਹੋਵੇ ਔਰ ਉਹਦਾ ਸਰਵਾਈਵਲ ਰੇਟ ਕੀ ਹੈ? अगर मरीज पहली सैकेंड स्टेज के अंदर तो 80% पेशेंट ठीक हो जाएंगे जड़ तो। ये गल्लां 30 साल 40 साल पुरानी गल्लां सी जब ट्रीटमेंट नहीं था। ਹੁਣ ਸਾਡੇ ਕੋਲ ਟ੍ਰੀਟਮੈਂਟ ਹੈ ਤਾਂ 80% ਕੈਂਸਰ ਠੀਕ ਹੋ ਜਾਂਦੇ ਆ। ਸਫਲ ਉਹੀ ਹੁੰਦੇ ਨੇ ਜੋ ਕੁਝ ਕਰਨਾ ਜਾਣਦੇ ਨੇ, ਜਿੱਤਦੇ ਉਹੀ ਨੇ ਜੋ ਹਾਰਨਾ ਜਾਣਦੇ ਨੇ। ਐਵੇਂ ਗੱਲਾਂ ਨਾਲ ਮੈਲ ਨਹੀਂ ਉਸਰਦੇ, ਸਮਾਂ ਵੀ ਉਹਨਾਂ ਦਾ ਗੁਲਾਮ ਬਣ ਜਾਂਦਾ ਹੈ ਜੋ ਜ਼ਿੰਦਗੀ 'ਚ ਕੁਝ ਕਰਨਾ ਜਾਣਦੇ ਨੇ। ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਬੀਰ ਕੌਰ। ਹੈਲਥ ਟਾਕਸ ਦੇ ਇਸ ਖਾਸ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ। ਤੁਹਾਡੇ ਵੱਲੋਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਹੁੰਗਾਰਾ ਮਿਲ ਰਿਹਾ, ਬਹੁਤ ਮੁਹੱਬਤ ਮਿਲ ਰਹੀ ਹੈ ਤੇ ਤੁਹਾਡੇ ਲਗਾਤਾਰ ਸੁਝਾਅ ਸਾਡੇ ਲਈ ਬਹੁਤ ਕੰਮ ਕਰਦੇ ਨੇ ਤੇ ਤੁਹਾਡੇ ਸੁਝਾਵਾਂ ਦੇ ਬੇਸ ਤੇ ਅੱਜ ਅਸੀਂ ਪਹੁੰਚੇ ਹਾਂ ਜੀ IVY ਹਸਪੀਟਲ ਦੇ ਵਿੱਚ ਕੈਂਸਰ ਅਵੇਅਰਨੈਸ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ, ਜਿਸ ਦੇ ਵਿੱਚ ਸਾਡੇ ਨਾਲ ਅੱਜ IVY ਹਸਪੀਟਲ ਮੋਹਾਲੀ ਦੀ ਔਨਕੋ ਟੀਮ ਜਿਹੜੀ ਹੈ ਉਹ ਮੌਜੂਦ ਹੈ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਟੀਮ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਉਂਦੇ ਹਾਂ। ਤਾਂ ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਨੇ ਜੀ IVY ਹਸਪੀਟਲ ਦੇ ਡਾਕਟਰ ਮੀਨਾਕਸ਼ੀ ਮਿੱਤਲ, ਜੋ ਕਿ ਰੇਡੀਏਸ਼ਨ ਅਨਕੋਲੋਜੀ ਦੇ ਵਿੱਚ ਐਕਸਪਰਟ ਨੇ। ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਵਿਜੇ ਬੰਸਲ, ਜੋ ਕਿ ਅਨਕੋਲੋਜੀ ਦੇ ਸਰਜਨ ਨੇ। ਬਹੁਤ ਹੀ ਜ਼ਿਆਦਾ ਜਿਹੜੀਆਂ ਇਹਨਾਂ ਨੇ ਸਰਜਰੀਜ਼ ਨੇ ਕੈਂਸਰ ਦੇ ਖੇਤਰ ਦੇ ਵਿੱਚ ਕੀਤੀਆਂ ਨੇ ਔਰ ਬਹੁਤ ਵਧੀਆ ਜਿਹੜੇ ਰਿਜ਼ਲਟਸ ਨੇ ਉਹ ਇਹਨਾਂ ਨੂੰ ਮਿਲੇ ਨੇ। ਉਸ ਤੋਂ ਬਾਅਦ ਸਾਡੇ ਨਾਲ ਬੈਠੇ ਨੇ ਡਾਕਟਰ ਮੁਕੇਸ਼ ਬਾਂਸਲ ਜੀ, ਜੋ ਕਿ ਮੈਡੀਕਲ ਐਨਕੋਲੋਜੀ ਕੰਸਲਟੈਂਟ ਨੇ। ਔਰ ਅੱਜ ਪੂਰੀ ਦੀ ਪੂਰੀ ਜਿਹੜੀ ਕੈਂਸਰ ਟੀਮ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਔਨਕੋ ਟੀਮ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਸਾਡੇ ਨਾਲ ਮੌਜੂਦ ਰਹੇਗੀ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਕੈਂਸਰ ਨਾਲ ਪੀੜਿਤ ਪੇਸ਼ੈਂਟ ਡਾਕਟਰਸ ਦੇ ਕੋਲ ਆਉਂਦਾ ਹੈ ਤੇ ਇੱਕਦਮ ਹਤਾਸ਼ ਹੋਇਆ ਹੁੰਦਾ ਹੈ, ਕਿਉਂਕਿ ਅਸੀਂ ਜਦੋਂ ਤੋਂ ਜਨਮ ਲਿਆ ਜਾਂ ਜਦੋਂ ਤੋਂ ਅਸੀਂ ਦੇਖਦੇ ਹਾਂ, ਜਦੋਂ ਤੋਂ ਮੈਂ ਖਾਸ ਕਰਕੇ ਹੋਸ਼ ਸੰਭਾਲਿਆ, ਅਸੀਂ ਕੈਂਸਰ ਬਾਰੇ ਇਹੀ ਸੁਣਦੇ ਆਏ ਸੀਗੇ ਅੱਜ ਤੋਂ 10-15 ਸਾਲ ਪਹਿਲਾਂ ਦੀ ਜੇ ਅਸੀਂ ਗੱਲ ਕਰ ਲਈਏ, ਕਿ ਕੈਂਸਰ ਇੱਕ ਨਾਮੁਰਾਦ ਬਿਮਾਰੀ ਹੈ ਤੇ ਜਦੋਂ ਕੋਈ ਪੇਸ਼ੈਂਟ ਇਸ ਦੀ ਚਪੇਟ ਵਿੱਚ ਆਉਂਦਾ ਹੈ ਤੇ ਉਹ ਹਤਾਸ਼ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਡਾਕਟਰ ਮੀਨਾਕਸ਼ੀ ਤੁਹਾਡੇ ਵੱਲ ਆਉਂਦੇ ਹਾਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕੈਂਸਰ ਦੀ ਤੇ ਕਿਹੜੇ-ਕਿਹੜੇ, ਕਿਉਂਕਿ ਬਹੁਤ ਵਾਸਟ ਫੀਲਡ ਹੈ ਜਦੋਂ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ, ਤੇ ਕਿਹੜੇ-ਕਿਹੜੇ ਜਿਹੜੇ ਪੇਸ਼ੈਂਟ ਨੇ ਅੱਜਕੱਲ, ਜਿਹੜੇ ਪੇਸ਼ੈਂਟ ਨੇ ਕਿਸ ਕੈਂਸਰ ਦੇ ਜ਼ਿਆਦਾ ਤੁਹਾਡੇ ਕੋਲ ਆ ਰਹੇ ਨੇ? देखिए, औरतां ਦੇ ਵਿੱਚ तो कैंसर ज़्यादातर अपने ब्रेस्ट कैंसर बहुत कॉमन है और एक बच्चेदानी के मुंह का सर्वाइकल कैंसर है वो कॉमन है जी। बाकी ਇੱਥੇ ਸਾਡੇ और जो आदमियों में होता है वो लंग कैंसर, हेड एंड नेक कैंसर, ये कॉमन है जी। तो बाकी पहले जैसे बच्चेदानी का कैंसर ज़्यादा कॉमन होता था सर्वाइकल, बट अब आ रहे लाइफस्टाइल चेंजेस के करके हुन ब्रेस्ट कैंसर ऊपर आ गया है और ਉਹਦੇ ਕੇਸਿਸ ਕਾਫੀ ਜ਼ਿਆਦਾ ਆਪਣੇ ਕੋਲ ਆਉਂਦੇ हैं। ਡਾਕਟਰ ਵਿਜੇ, ਤੁਹਾਡੇ ਕੋਲ ਆਉਣਾ ਚਾਹੂੰਗੀ ਮੈਂ। ਜਿਸ ਤਰ੍ਹਾਂ ਨੇ ਦੱਸਿਆ ਕਿ ਇਹ ਜਿਹੜੇ ਕੇਸਿਸ ਨੇ ਸਾਡੇ ਕੋਲ ਜ਼ਿਆਦਾ ਆ ਰਹੇ ਨੇ, ਹਰ ਕੇਸ ਦੇ ਵਿੱਚ ਜਿਹੜੀ ਸਰਜਰੀ ਹੈ ਉਹ ਪੋਸੀਬਲ ਹੈ? हर केस में नहीं कह सकते, लेकिन ज़्यादातर केसेस में सर्जरी पॉसिबल होती है। हम सर्जरी उन केसेस में नहीं करते जिसमें हम पूरी बीमारी नहीं निकाल सकते या बीमारी फैल जाती है जी। लेकिन आजकल कुछ अच्छी दवाइयां आने के कारण कुछ
ऐसे केसेस में भी सर्जरी पॉसिबल है जिनमें बीमारी फैल गई होती है। जी। तो आप ये मान के चल सकते हैं कि 80 से 90% केस पेशेंट्स में सर्जरी एक तरह से जरूरी है करना, जी। जिसके बिना हमें पूरा रिजल्ट नहीं मिलता। अगर हम ब्लड कैंसर वगैरह को छोड़ दें तो बाकी जो सॉलिड कैंसर हैं, जो ऑर्गन्स के कैंसर है, उसमें सर्जरी पॉसिबल होती है। सर्जरी के बारे में मैं थोड़ा सा ये बताना चाहूँगा कि बहुत से लोगों को ये गलतफहमी होती है कि सर्जरी बहुत पेनफुल होगी, बहुत परेशान करने वाली होगी, या बहुत बड़ा पार्ट निकल जाएगा, जिसके कारण कुछ लोग सर्जरी नहीं कराते। लेकिन आजकल हम दो जो मेन चीज़ें सर्जरी में आ गई हैं हमारे पास, एक तो हम उस ऑर्गन को प्रिजर्व कर लेते हैं बहुत से केसेस में, इसको हम पूरा ऑर्गन नहीं निकालते, और दूसरा आजकल हम दूरबीन से या की होल सर्जरीज कैंसर में बहुत एडवांस स्टेज में करते हैं, जिससे मरीज की रिकवरी बहुत फास्ट होती है। और जो मरीज के माइंड मन में ये बात है कि सर्जरी में रिकवरी बहुत लेट होगी, पेन बहुत होगा, वो चीज़ें आजकल बहुत फर्क पड़ गया उसमें। जी। ਡਾਕਟਰ ਮੁਕੇਸ਼, ਤੁਹਾਡੇ ਕੋਲ ਆਉਣਾ ਚਾਹਾਂਗੇ ਕਿ ਜਦੋਂ ਕੋਈ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ, ਮਤਲਬ ਕੈਂਸਰ ਦੇ ਨਾਲ ਪੀੜਿਤ ਹੁੰਦਾ ਹੈ, ਅਸੀਂ ਅਕਸਰ ਵੇਖਦੇ ਹਾਂ ਕਿ ਸਾਨੂੰ ਪਹਿਲਾਂ ਤਾਂ ਫਸਟ ਸਟੇਜ ਸੈਕਿੰਡ ਸਟੇਜ ਤੇ ਪਤਾ ਹੀ ਨਹੀਂ ਚੱਲਦਾ। ਕਈ ਵਾਰ ਤਾਂ ਪਤਾ ਚੱਲ ਜਾਂਦਾ ਲੱਕੀਲੀ, ਕਈ ਵਾਰੀ ਨਹੀਂ ਪਤਾ ਚੱਲਦਾ। ਕਿ ਸਾਡਾ ਲਾਈਫ ਸਟਾਈਲ ਜਾਂ ਸਾਡਾ ਖਾਣ ਪਾਣ ਇੱਦਾਂ ਦਾ ਹੋ ਗਿਆ ਕਿ ਇਹ ਜਿਹੜੀ ਬਿਮਾਰੀ ਹੈ, ਅਗਰ ਅਸੀਂ 10-15 ਸਾਲ ਪਹਿਲਾਂ ਦੇ ਡਾਟਾਜ਼ ਲਈਏ ਜਾਂ ਅੱਜ ਦੀ ਗੱਲ ਕਰੀਏ, ਤੇ ਇਹ ਜਿਹੜੀ ਬਿਮਾਰੀ ਹੈ ਉਹ ਵੱਧਦੀ ਜਾ ਰਹੀ ਹੈ। ਔਰ ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹ ਸਰਵੇ ਕੀਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਜਿਹੜੇ ਕੇਸਿਸ ਨੇ ਉਹ ਜ਼ਿਆਦਾ ਹੋਣਗੇ। ਨਮਸਕਾਰ ਤੇ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਕੈਂਸਰ, ਜਿੱਦਾਂ ਕਿ ਤੁਸੀਂ ਬਿਲਕੁਲ ਸਹੀ ਕਿਹਾ, ਅੱਜ ਕੱਲ੍ਹ ਇਸ ਦੇ ਕੇਸਿਸ ਕਾਫੀ ਵੱਧ ਰਹੇ ਨੇ। ਇਹਦੇ ਵਿੱਚ 3-4 ਪ੍ਰਮੁੱਖ ਕਾਰਨ ਨੇ। ਇੱਕ ਤਾਂ ਬੀੜੀ ਸਿਗਰਟ ਸਮੋਕਿੰਗ ਦਾ, ਤੰਬਾਕੂ ਦੀ ਜਿਹੜੀ ਕੰਜ਼ੰਪਸ਼ਨ ਹੈ ਉਹ ਵੀ ਵੱਧ ਰਹੀ ਹੈ। ਦੂਸਰਾ ਸ਼ਰਾਬ ਦਾ ਸੇਵਨ ਹੋ ਗਿਆ। ਤੀਸਰਾ ਆਪਣਾ ਲਾਈਫ ਸਟਾਈਲ ਜਿਹੜਾ ਅੱਜ ਕੱਲ੍ਹ ਚੇਂਜ ਹੋ ਰਿਹਾ ਹੈ, ਫਿਜ਼ੀਕਲ ਐਕਟੀਵਿਟੀ ਘੱਟ ਰਹੀ ਹੈ, ਮੋਟਾਪਾ ਵੱਧ ਰਿਹਾ ਹੈ, ਬਾਹਰਲਾ ਫੂਡ, ਕੈਨਡ ਫੂਡ ਜਿਹੜਾ ਹੋ ਗਿਆ, ਫਰੋਜ਼ਨ ਫੂਡ ਹੁੰਦਾ ਹੈ, ਉਹਦੇ ਵਿੱਚ ਕਿ ਕਈ ਤਰ੍ਹਾਂ ਦੇ ਪ੍ਰਜ਼ਰਵੇਟਿਵ ਇੱਦਾਂ ਯੂਜ਼ ਕੀਤੇ ਹੁੰਦੇ ਹੈ ਜਿਨ੍ਹਾਂ ਨੂੰ ਕਿ ਕੈਂਸਰ ਨਾਲ ਲਿੰਕ ਕੀਤਾ ਜਾ ਰਿਹਾ ਹੈ ਜੀ। ਇਸ ਤੋਂ ਇਲਾਵਾ ਜਿਹੜਾ ਹੈ ਕਿ ਕੈਂਸਰ ਦੀ ਡਿਟੈਕਸ਼ਨ ਵੀ ਵੱਧ ਗਈ ਹੈ। ਇਸ ਤੇ ਵੀ ਆਪਾਂ ਨੂੰ ਗੌਰ ਕਰਨਾ ਪਏਗਾ ਕਿ ਥੋੜੀ ਜਾਗਰੂਕਤਾ ਵੀ ਵਧੀ ਹੈ, ਥੋੜ੍ਹਾ ਉਹਨੂੰ ਡਾਇਗਨੋਸ ਕਰਨ ਦੇ ਤਰੀਕੇ ਵੀ ਸਾਡੇ ਕੋਲ ਨਵੇਂ ਆਏ ਨੇ। ਇਸ ਦੇ ਕਾਰਨ ਕੈਂਸਰ ਦੀ ਜਿਹੜੀ ਹੈ ਉਹ ਤੇਜ਼ੀ ਨਾਲ ਵੱਧ ਰਿਹਾ ਹੈ WHO ਦੇ ਡਾਟਾ ਦੇ ਹਿਸਾਬ ਨਾਲ। ਜੀ। ਡਾਕਟਰ ਮੀਨਾਕਸ਼ੀ, ਤੁਹਾਡੇ ਵੱਲ ਆਉਣਾ ਚਾਹਾਂਗੇ। ਜਿਵੇਂ ਤੁਸੀਂ ਗੱਲ ਕੀਤੀ ਹੈ ਸਰਵਾਈਕਲ ਕੈਂਸਰ ਔਰ ਨਾਲ ਦੇ ਨਾਲ ਬ੍ਰੈਸਟ ਕੈਂਸਰ ਦੀ, ਇਹ ਲੇਡੀਜ਼ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ। ਗੱਲ ਕਰਦੇ ਹਾਂ ਕਿ ਜਿਹੜੇ ਲੱਛਣ ਨੇ ਇਹਦੇ, ਸਟਾਰਟਿੰਗ ਦੇ ਜਿਹੜੇ ਲੱਛਣ ਨੇ, ਕਹਿੰਦੇ ਕਿ ਕਈ ਵਾਰੀ ਗੱਠਾਂ ਬਣ ਜਾਂਦੀਆਂ ਨੇ, ਪੇਨਲੈਸ ਹੁੰਦੀਆਂ ਨੇ, ਸਾਨੂੰ ਪਤਾ ਵੀ ਨਹੀਂ ਚੱਲਦਾ। ਅਗਰ ਹੋਮ एग्जामिन करना चाहिए ਅਸੀਂ ਬ੍ਰੈਸਟ ਕੈਂਸਰ ਦਾ, ਤੇ ਕਿਵੇਂ ਕਰ ਸਕਦੇ ਹਾਂ? देखिए, ब्रेस्ट कैंसर तो बड़ा इजीली आप घर पे अपना सेल्फ एग्जामिनेशन बोलते हैं, ब्रेस्ट सेल्फ एग्जामिनेशन, जो कि हर लेडी को एवरी मंथ करना चाहिए। हर महीने 5 ਮਿੰਟ ਜਾਂ 10 ਮਿੰਟ ਦਾ ਕੰਮ ਹੁੰਦਾ ਹੈ, ਤੇ 5 ਤਰੀਕੇ ਨਾਲ ਆਪਣੀ ਬ੍ਰੈਸਟ ਪੂਰੀ ਐਗਜ਼ਾਮਿਨ ਫਿੰਗਰਸ ਦੇ ਨਾਲ ਐਗਜ਼ਾਮਿਨ ਕਰਨੀ ਚਾਹੀਏ। ਔਰ ਉਹਦੇ 'ਚ ਕੋਈ ਅਨਯੂਜੂਅਲ ਸਾ ਕੋਈ गांठ बन गई है, लंप बन गया है, या आपका ब्लीडिंग हो रही है, निपल से डिस्चार्ज हो रहा है, ब्लड निकल रहा है, या फिर डर्टी डिस्चार्ज आ रहा है, ये थोड़े से साइंस होते हैं। तो जब लेडी खुद अपना हर मंथ चेक करती है ब्रेस्ट, तो उसको एक नॉर्मल फीलिंग होती है कि वैसे नॉर्मल में भी गांठें होती हैं ब्रेस्ट में जी, बट उसमें घबराने की बात नहीं होती है। बट अगर वो गांठ बढ़ रही है तो वो कैंसरस भी हो सकती है। तो एक स्पेशलिस्ट डॉक्टर या ऑन्कोलॉजिस्ट के पास आके चेक कराना चाहिए। और कुछ सिंपल मैमोग्राफी या अल्ट्रासोनोमैमोग्राफी होते हैं टेस्ट, जिससे हम उसको डिटेक्ट भी कर सकते हैं जी। और जो बच्चेदानी का कैंसर है उसके लक्षण ये होते हैं कि ब्लीडिंग होती है, अनयूजुअल ब्लीडिंग नीचे से, मेंसेस के अलावा जो माहवारी आती है हर महीने, उसके अलावा ब्लीडिंग हो रही है। जो लेडीज़ की माहवारी बंद हो गई है उन्होंने दाग पै रहा है, तो गंदा डिस्चार्ज आ रहा है जो ठीक नहीं हो रहा। ये सारे सिम्टम्स हैं बच्चेदानी के मुंह के कैंसर के। ਬੱਚੇਦਾਨੀ ਦੇ ਮੂੰਹ ਦੀ ਕੈਂਸਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਅੱਜ ਕੱਲ੍ਹ ਇਸ ਦੀ ਵੈਕਸੀਨ ਜਿਹੜੀ ਹੈ ਉਹ ਬੜੀ ਟ੍ਰੈਂਡ ਦੇ ਵਿੱਚ ਹੈ। ਹਾਲ ਹੀ ਦੀ ਘੜੀ ਦੇ ਵਿੱਚ ਕੁਝ NGOs ਨੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ, ਕਿ ਉਹ ਕਾਰਗਰ ਸਿੱਧ ਹੋ ਰਹੀ ਹੈ? हाँ, बहुत कारगर सिद्ध है, बिकॉज जो सर्वाइकल कैंसर है वो ज़्यादातर केसेस में एक वायरस होता है जो ह्यूमन पैपिलोमा वायरस कहते जिन्हों, वो कारण है ਉਹਦਾ कैंसर होने का। तो पहले तो इसकी बच्चेदानी के मुँह का जो सर्वाइकल कैंसर है ਉਹਦੇ ਲਈ वैक्सीन अवेलेबल है, जो कि ਆਪਾਂ
ਇੱਥੇ ਆਪਣੇ ਹਿੰਦੁਸਤਾਨ 'ਚ ਜਿੱਦਾਂ ਮੈਰਿਜ ਦੇ ਟਾइम ਤੇ या 16-17 साल की जब लड़की हो जाती है, जब अपना सेक्सुअल लाइफ उसका स्टार्ट होती है, तो उस टाइम पे हम लगवाते हैं जी। तो 2 या 3 इंजेक्शंस होते हैं एंड इससे काफ़ी अच्छा हमें जो वो वायरस है उसके अगेंस्ट प्रोटेक्शन मिल जाती है जी। बिकॉज ऑलमोस्ट 90% से ऊपर कैंसर जो हैं वो वायरस के कारण होते हैं जी। और इसके कोई मेजर साइड इफ़ेक्ट नहीं है और लड़कियों को लगवाना चाहिए, बेनिफिट रहता है जी। और बच्चेदानी का कैंसर का डिटेक्शन के लिए भी बहुत सिंपल टेस्ट होते हैं जो पैप टेस्ट होता है या इस वायरस का ह्यूमन पेपिलोमा वायरस का स्मीयर टेस्ट होता है, ये एक एज के बाद कराना चाहिए। एवरी 3 years रिकमेंडेशन जैसे हैं वो एक रेगुलरली एक लेडी को कराने चाहिए। ਜੀ ਡਾਕਟਰ ਵਿਜੇ ਬਾਂਸਲ ਤੁਹਾਡੇ ਵੱਲ ਆਉਣਾ ਚਾਹਾਂਗੇ ਅਸੀਂ ਕਿ ਜਿਵੇਂ ਜਦੋਂ ਅਸੀਂ ਸਰਜਰੀ ਦੀ ਗੱਲ ਕਰਦੇ ਹਾਂ, ਔਨਕੋ ਸਰਜਰੀ ਦੀ ਗੱਲ ਕਰਦੇ ਹਾਂ, ਸਪੋਜ਼ ਸਾਡਾ ਕੋਈ ਆਰਗਨ ਜਿਹੜਾ ਹੈਗਾ ਕੈਂਸਰ ਦੇ ਨਾਲ ਪ੍ਰੋਬਲਮ ਹੈਗੀ ਉੱਥੇ, ਜਦੋਂ ਅਸੀਂ ਉਸ ਆਰਗਨ ਨੂੰ ਮੀਨਸ ਰਿਮੂਵ ਕਰ ਦਿੰਦੇ ਆ ਜਾਂ ਕਰ ਦਿੰਦੇ ਆ, ਉਹਦੇ ਨਾਲ ਕਿੰਨਾ ਕੁ ਜਿਹੜਾ ਖਤਰਾ ਹੈਗਾ ਘਟ ਜਾਂਦਾ ਹੈ ਕੈਂਸਰ ਫੈਲਣ ਦਾ? ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਹਰ ਕੇਸ ਵਿੱਚ ਪੂਰਾ ਆਰਗਨ ਨਹੀਂ ਨਿਕਾਲਦੇ ਅੱਜ ਕੱਲ੍ਹ। ਮੋਰ ਦੈਨ 50% ਕੇਸਿਸ ਵਿੱਚ ਅਸੀਂ ਸਰਜਰੀ ਕਰਦੇ ਜਿਹਦੇ ਆਰਗਨ ਅਸੀਂ ਬਚਾ ਸਕਦੇ ਹਾਂ। ਜੀ। ਦੂਜਾ ਜਿਹੜੀ ਸਰਜਰੀ ਜਿਹੜੀ ਸਾਡੀ ਕੈਂਸਰ ਸਰਜਰੀ ਹੈ ਔਰ ਦੂਜੀ ਸਰਜਰੀ ਹੈ ਉਹਦੇ 'ਚ ਥੋੜਾ ਸਾ ਡਿਫਰੈਂਸ ਹੈ ਕਿ ਇਸमें ਅਸੀਂ ਖਾਲੀ ਉਹ ਆਰਗਨ ਨਹੀਂ ਕੱਢਦੇ, ਉਹਦੇ जो कैंसर सेल फैलन का जो एरिया होता है ना, ड्रेनेज एरिया जिन्होंने कहते हैं, वो भी कटते हैं जी। तो ऐसा कुछ मेजर ऐसा रिस्क वाला गल नहीं है। हाँ, साड़ी सर्जरी थोड़ी बड़ी होती है लेकिन आजकल सर्जरी बड़ी सेफ है, साडा एनेस्थीसिया बड़ा सेफ है, फिर ICU केयर और पोस्ट ऑफ केयर बहुत अच्छी केयर होती है, तो इन्ना कोई बहुत सर्जरी इन्ना रिस्क नहीं है जी। ਜਿਹੜਾ ਮੇਨ ਰਿਸਕ ਸਾਨੂੰ ਕੈਂਸਰ 'ਚ ਲੱਗਦਾ ਹੈ ਕਿ ਬਿਮਾਰੀ ਦੁਬਾਰਾ ਨਾ ਆਏ ਜੀ, ਤਾਂ ਕਰਕੇ ਅਸੀਂ ਉਹਦਾ ਡਰੇਨੇਜ ਏਰੀਆ ਸਾਥ ਕੱਢਦੇ ਹਾਂ ਤਾਂ ਕਿ ਉਹਦਾ ਜਿਹੜੇ ਜਿੱਥੇ ਜਾ ਸਕਦਾ ਹੈ ਉਹਨੂੰ ਪਹਿਲਾਂ ਹੀ ਅਸੀਂ ਨਿਕਾਲ ਦਿੰਦੇ हैं जी। ਜਿਹੜੇ पेशेंट 'ਚ बीमारी फैली नहीं है। जी। तो एक तो ये गल है, तो इसमें सर्जरी में ऐसी घबराने वाली गल नहीं है कि ਅਸੀਂ बहुत कैंसर की सर्जरी होनी है, कुछ मरीज ਨੂੰ बहुत ज़्यादा खतरा होएगा, ऐसी कोई गल नहीं है। जी। दूसरा मैं ਤੁਹਾਨੂੰ ਹੁਣ ਪਹਿਲੇ बताया कि ਅਸੀਂ ਅੱਜਕੱਲ ਕੀ ਹੋਲ सर्जरी भी करते हैं, दूरबीन ਨਾਲ सर्जरी करते हैं, तो ਉਹਦੇ ਨਾਲ भी रिकवरी बड़ी फास्ट होती है, पेट 'ਚ ਚੀਰਾ कम आंदा है, रिकवरी ਦੇ ਬਾਅਦ पेशेंट ਦੀ ਜਿਹੜੀ ਦੁਬਾਰਾ ਕੰਮ ਤੇ ਜਾਣ ਦੀ प्रॉब्लम है या दोबारा जो ट्रीटमेंट स्टार्ट होना है वो बड़ी जल्दी स्टार्ट हो जाता है। जी। तो ऐसी बहुत कोई घबराने वाली गल नहीं है। सर्जरीज जी कैंसर सर्जरी है पूरी सेफ है और ਉਹਦਾ ਜਿਹੜਾ सिस्टम है ਕਰਨ ਦਾ और रिकवरी ਜਿਹੜੀ फास्ट है और ਉਹਦੇ 'ਚ ਬਹੁਤ से पेशेंट ਅਸੀਂ पूरा ऑर्गन बचा सकते हैं। जी। मोर दैन 50% पेशेंट ਅਸੀਂ ऑर्गन बचा लेंगे हैं, ब्रेस्ट बचा लेंगे हैं, लैटिन ਦਾ ਰਸਤਾ ਜਿਹਨੇ ਪਹਿਲੇ ਜਿਹੜੇ ਜ਼ਿਆਦਾਤਰ पेशेंट ਆਉਂਦੇ ਉਹਨੂੰ ਬਚਾ ਲੈਂਦੇ हैं, वॉइस बॉक्स बचा लेंगे हैं, जी। आंत ਦਾ ਪੀਸ ਬਚਾ ਲੈਂਦੇ हैं। तो ਇਹਦੇ ਕਰਕੇ पेशेंट ਦੀ जो क्वालिटी ऑफ लाइफ है ਉਹ ਨਹੀਂ ਸਫਰ ਨਹੀਂ ਕਰਦੀ ਜਿੰਨੀ ਪਹਿਲਾਂ ਕਰਦੀ। ਜੀ। ਪੇਸ਼ੈਂਟ ਤੁਹਾਡੇ ਕੋਲ ਆਇਆ, ਸਰਜਰੀ ਉਹਦੀ ਹੋ ਗਈ, ਤੁਸੀਂ ਡਾਇਗਨੋਸ ਕੀਤਾ ਕਿ ਹਾਂ ਜੀ ਇਹਨੂੰ ਸਰਜਰੀ ਦੀ ਜ਼ਰੂਰਤ ਹੈ, ਸਰਜਰੀ ਹੋ ਗਈ, ਉਸ ਤੋਂ ਬਾਅਦ ਸਮਟਾਈਮਸ ਅਸੀਂ ਉਹਨਾਂ ਨੂੰ ਰੇਡੀਏਸ਼ਨ ਦਿੰਦੇ ਹਾਂ ਜਾਂ ਕੀਮੋਥੈਰੇਪੀ ਦੇ ਲਈ ਵੱਲ ਤੋਰਦੇ ਹਾਂ। ਕੁਝ ਪੇਸ਼ੈਂਟਸ ਦੇ ਵਿੱਚ ਇਹ ਧਾਰਨਾ ਹੈ ਕਿ ਜਿਵੇਂ ਸਾਡੀ ਏਜ ਜ਼ਿਆਦਾ ਹੈ ਜਾਂ ਉਹ ਜਿਹੜੀ ਕੀਮੋਥੈਰੇਪੀ ਹੈ ਉਹ ਅਸੀਂ ਚੱਲ ਨਹੀਂ ਸਕਦੇ, ਸਾਡੀ ਬਾਡੀ ਉਸ ਨੂੰ ਚੱਲਣ ਦੇ ਯੋਗ ਨਹੀਂ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? नहीं, ये ना बहुत गलत धारणा है। 2-3 धारणाएं बड़ी गलत फैली हुई हैं कि सर्जरी नहीं करवानी, बायोप्सी नहीं करवानी, कीमोथेरेपी नहीं लेनी, उससे कुछ होगा, ऐसा नहीं है। देखो, हम सबसे बड़ी बात है कि कैंसर का ट्रीटमेंट ਜਿਹੜਾ ਹੈ वो पूरा टीम वर्क ਹੁੰਦਾ ਹੈ। जी, बिल्कुल। सर्जरी ਦਾ ट्रीटमेंट ਹੁੰਦਾ ਹੈ, ਮੈਡੀਕਲ ਓਨਕੋਲੋਜਿਸਟ ਜਿਹੜੇ ਕੀਮੋਥੈਰੇਪੀ ਡਾਕਟਰ ਹੈ, रेडिएशन थेरेपी ਦੇ ਡਾਕਟਰ ਹੈ, ਇਹ ਬ੍ਰਾਂਚ ਐਸੀ ਹੈ ਜੋ ਬਿਨਾ ਟੀਮ ਦੇ ਰਿਜ਼ਲਟ ਨਹੀਂ ਮਿਲ ਸਕਦੇ। तो ਅਸੀਂ ਕੀ ਕਰਦੇ ਹਾਂ, ਜਦ ਵੀ ਸਾਡਾ ਬਾਇਓਪਸੀ ਦੀ ਰਿਪੋਰਟ ਆਉਂਦੀ ਹੈ ਜਾਂ ਸਰਜਰੀ ਦੀ ਰਿਪੋਰਟ ਆਉਂਦੀ ਹੈ ਤਾਂ ਪੂਰੀ ਟੀਮ ਸਾਡੀ ਡਿਸੀਜਨ ਲੈਂਦੀ ਹੈ ਕਿ ਇਸ ਪੇਸ਼ੈਂਟ ਵਿੱਚ ਹੋਰ ਕੀ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈ ਜੀ। ਔਰ ਜਿਹੜਾ ਟ੍ਰੀਟਮੈਂਟ ਹੈ ਉਹ ਸਟੈਂਡਰਡ ਹੁੰਦਾ ਹੈ ਪੂਰੇ ਵਰਲਡ ਵਿੱਚ। ਜਿਹੜਾ ਟ੍ਰੀਟਮੈਂਟ ਹੁੰਦਾ ਹੈ ਉਹ ਸੇਮ ਟ੍ਰੀਟਮੈਂਟ ਅਸੀਂ ਇੱਥੇ ਕਰਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਐਵੀਡੈਂਸ ਬੇਸਡ ਜਾਂ ਸਟੈਂਡਰਡ ਪ੍ਰੋਟੋਕੋਲ ਬੇਸਡ ਥੈਰੇਪੀ ਜਿਹਨੂੰ ਕਹਿੰਦੇ ਆ। ਜੀ। ਸੈਕਿੰਡ ਥਿੰਗ ਜਿਹੜੇ ਤੁਸੀਂ ਪੁੱਛ ਰਹੇ ਹੋ ਮੈਨੂੰ ਕਿ ਕਿੰਨੀ ਸੇਫ ਹੈ ਕੀਮੋਥੈਰੇਪੀ, ਅੱਜ ਕੱਲ੍ਹ ਬਹੁਤ ਸੇਫ ਹੈ। ਜਿਹੜੀ ਪਹਿਲੇ ਪ੍ਰੋਬਲਮ ਹੁੰਦੀ ਸੀ पेशेंट ਨੂੰ बहुत वोमिटिंग आ रही है, खाना पीना नहीं खा पा रहा, तो वो गल नहीं है जी। अजकल साढ़े को दवाइयाँ बड़ी अच्छी हैं, ਉਹਦੇ हिसाब ਨਾਲ पेशेंट कीमोथेरेपी बड़ी टॉलरेट करते हैं। ਤੁਸੀਂ ਮੰਨੋਗੇ ਨਹੀਂ, ਅਸੀਂ 90% पेशेंट ਨੂੰ ਐਡਮਿਟ ਨਹੀਂ ਕਰਦੇ हैं जी। कीमोथेरेपी ਲਗਵਾ ਕੇ पेशेंट ਘਰ ਚਲਾ ਜਾਂਦਾ ਹੈ। ਜੀ। जैसे ਜਿਵੇਂ ਅਸੀਂ ਪਹਿਲੇ फॉर एग्जाम्पल मैं ਤੁਹਾਨੂੰ बताਉਂਦਾ ਸੀ, ਮੈਂ ਪਹਿਲੇ ਟਾਟਾ ਮੈਮੋਰੀਅਲ हॉस्पिटल था, तो पेशेंट कीमोथेरेपी ਲਗਵਾ ਕੇ ਗੁਹਾਟੀ चले जाते ਸੀ। जी। तो ये गलत धारणा है कि कीमोथेरेपी लगा के मरीज की लाइफ ख़राब हो जाएगी, मरीज खाना पीना नहीं खा पाएगा या क्वालिटी ऑफ लाइफ ख़राब हो जाएगी। ऐसी गल बिल्कुल नहीं है। सारे पेशेंट प्रॉपरली कीमोथेरेपी टॉलरेट करते हैं। हाँ, ये गल जरूर है कि मरीज की जी कीमोथेरेपी होती है वो डोज असी डिवाइड करते हैं
ਪੇਸ਼ੈਂਟ ਦੀ ਹਾਈਟ ਦੇ ਹਿਸਾਬ ਨਾਲ, weight ਦੇ ਹਿਸਾਬ ਨਾਲ, ਉਹਦੀ ਏਜ ਦੇ ਹਿਸਾਬ ਨਾਲ ਜੀ ਉਹ ਪ੍ਰੋਪਰ ਤਰੀਕੇ ਨਾਲ ਡਿਜ਼ਾਈਨ ਹੁੰਦੀ ਹੈ, ਉਸ ਹਿਸਾਬ ਨਾਲ ਪੇਸ਼ੈਂਟ ਨੂੰ ਟ੍ਰੀਟਮੈਂਟ ਦਿया ਜਾਂਦਾ ਹੈ। तो ऐसा नहीं है कि हर मरीज़ ਨੂੰ ਇੱਕੋ ट्रीटमेंट ਹੁੰਦਾ ਹੈ, तो मरीज़ ਦੇ ਹਿਸਾਬ ਨਾਲ ਕਿੰਨਾ ਹੀ ਮਰੀਜ਼ ਟੋਲਰੇਟ ਕਰੇਗਾ ਉਹਦੀ ਡੋਜ਼ ਡਿਸਾਈਡ ਹੋ ਕੇ तो उस हिसाब ਨਾਲ ट्रीटमेंट दी जाती है। और आजकल साइड इफेक्ट कम करने वास्ते भी इंजैक्शनस आते हैं, दवाइयाँ आती हैं, तो पेशेंट ਨੂੰ ਉਹ ਸਾਈਡ ਇਫੈਕਟ ਨਹੀਂ ਹੁੰਦੇ ਜਿਹੜੇ ਪਹਿਲਾਂ ਹੁੰਦੇ ਸੀ ਜੀ। तो आजकल ਇਹ ਸੇਫ ਹੈ ਜੀ। ਡਾਕਟਰ ਮੁਕੇਸ਼, ਤੁਹਾਡੇ ਕੋਲ ਆਉਣਾ ਚਾਹਾਂਗੇ ਕਿ ਜਿਵੇਂ ਅਸੀਂ ਗੱਲ ਕੀਤੀ ਹੈ, ਪਹਿਲਾਂ ਤੁਸੀਂ ਗੱਲ ਕੀਤੀ ਹੈ ਕਿ ਤੰਬਾਕੂ ਦਾ ਸੇਵਨ ਹੈ ਜਾਂ ਸਾਡੀਆਂ ਜਿਹੜਾ ਲਾਈਫ ਸਟਾਈਲ ਹੈ, ਅੱਜ ਕੱਲ੍ਹ ਸਾਡਾ ਲਾਈਫ ਸਟਾਈਲ ਬਦਲ ਗਿਆ। ਅਸੀਂ ਕਹਿੰਦੇ ਹਾਂ ਕਿ ਕੁਝ ਸੁਪਰ ਫੂਡਸ ਨੇ ਜਾਂ ਕੁਝ ਮੈਡੀਸਨਸ ਨੇ, ਉਹਨਾਂ ਦੇ ਦੁਆਰਾ ਜਦੋਂ ਤੱਕ ਕੈਂਸਰ ਨਾਲ ਪੀੜਿਤ ਕੋਈ ਇਨਸਾਨ ਹੋ ਗਿਆ, ਫਿਰ ਤਾਂ ਉਹਨੂੰ ਮੈਡੀਸਨਸ ਜੋ ਵੀ ਹੈਗਾ ਕੈਂਸਰ ਦਾ ਟ੍ਰੀਟਮੈਂਟ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਟੀਮ ਵਰਕ ਹੈ, ਟੀਮ ਦੇ ਕੋਲ ਜਾਂਦਾ ਹੈ, ਜਿਵੇਂ ਜਿਵੇਂ ਉਹਨਾਂ ਨੂੰ ਅਗਰ ਅਸੀਂ ਆਪਣੇ ਡਾਇਟ ਦੀ ਜਾਂ ਆਪਣੇ ਲਾਈਫ ਸਟਾਈਲ ਦੀ ਗੱਲ ਕਰੀਏ ਕਿ ਜਿਵੇਂ ਪ੍ਰੀਵੈਂਟ ਕੀਤਾ ਜਾ ਸਕੇ ਕਿ ਸਾਡੀਆਂ ਫੂਡ ਹੈਬਿਟਸ ਬਚਪਨ ਤੋਂ ਹੀ ਇੱਦਾਂ ਦੀਆਂ ਹੋਣ, ਜਿਵੇਂ ਕਈ ਵਾਰੀ ਦੱਸਦੇ ਹੁੰਦੇ ਕਿ ਸੁਪਰ ਫੂਡ ਨੇ ਜਿਹੜੇ ਕੈਂਸਰ ਨੂੰ ਪ੍ਰੀਵੈਂਟ ਕਰਦੇ ਨੇ, ਉਹ ਕਿਹੜੇ ਕਿਹੜੇ ਨੇ? ਇਹ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੋਕਿੰਗ, ਐਲਕੋਹਲ ਹੋ ਗਈ, ਫਿਜ਼ੀਕਲ ਐਕਟੀਵਿਟੀ ਹੋ ਗਈ, ਫਾਸਟ ਫੂਡਸ ਹੋ ਗਏ, ਇਹਨਾਂ ਨੂੰ ਅਵੋਇਡ ਕਰਨਾ। ਇੱਦਾਂ ਮੈਂ ਕੋਈ ਪਰਟੀਕੂਲਰ ਸੁਪਰ ਫੂਡ ਤਾਂ ਨਹੀਂ ਕਹੂੰਗਾ ਕਿ ਕੋਈ ਵੀ ਡਾਕੂਮੈਂਟਡ ਹੈਗਾ ਜਿਹੜਾ ਕੈਂਸਰ ਨੂੰ ਪ੍ਰੀਵੈਂਟ ਕਰਦਾ ਹੈ, ਬਟ ਨੋਰਮਲ ਆਪਣਾ ਹੈਲਦੀ ਲਾਈਫ ਸਟਾਈਲ ਜਿਹੜਾ ਹੁੰਦਾ ਹੈ, ਪ੍ਰੋਟੀਨਸ ਦਾ ਸੇਵਨ ਜ਼ਿਆਦਾ ਲੈਣਾ, ਫੈਟਸ ਵਗੈਰਾ, ਕਾਰਬੋਹਾਈਡਰੇਟਸ ਘੱਟ ਲੈਣਾ, ਘਰ ਦਾ ਤਾਜ਼ਾ ਖਾਣਾ, ਐਕਸਰਸਾਈਜ਼ ਵਗੈਰਾ ਕਰਨਾ, ਇਹ ਚੀਜ਼ਾਂ ਨਾਲ ਆਪਾਂ ਕੈਂਸਰ ਨੂੰ ਕੁਝ ਹੱਦ ਤੱਕ ਪ੍ਰੀਵੈਂਟ ਕਰ ਸਕਦੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਇਮਿਊਨੋਥੈਰੇਪੀ ਦੀ, ਤੇ ਉਸ ਦੇ ਵਿੱਚ ਕੀ ਹੁੰਦਾ, ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸੋ। ਦੇਖੋ, ਕੈਂਸਰ ਦਾ ਜਿਹੜਾ ਸਾਡੇ ਡਿਪਾਰਟਮੈਂਟ ਦਾ ਮੈਡੀਕਲ ਓਨਕੋਲੋਜੀ ਦੇ ਵਿੱਚ ਟ੍ਰੀਟਮੈਂਟ ਹੁੰਦਾ, ਉਹ ਇੱਕ ਤਾਂ ਹੁੰਦਾ ਕੀਮੋਥੈਰੇਪੀ ਦੁਆਰਾ, ਇੱਕ ਹੁੰਦਾ ਟਾਰਗੇਟਡ ਥੈਰੇਪੀ ਦੁਆਰਾ, ਇੱਕ ਹੁੰਦਾ ਇਮਿਊਨੋਥੈਰੇਪੀ ਦੁਆਰਾ, ਜਾਂ ਕੁਝ ਓਰਲ ਟੇਬਲੇਟਸ ਹੁੰਦੀਆਂ ਜਿਨ੍ਹਾਂ ਨਾਲ ਆਪਾਂ ਕੈਂਸਰ ਨੂੰ ਰੋਕ ਸਕਦੇ ਹਾਂ। ਕੀਮੋਥੈਰੇਪੀ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਕੁਝ ਸਾਈਟੋਟੌਕਸਿਕ ਏਜੰਟਸ ਹੁੰਦੇ ਆ ਜਿਹੜੇ ਆਪਣੇ ਰੈਪਿਡਲੀ ਗਰੋਇੰਗ ਸੈਲਸ ਨੂੰ ਮਾਰਦੇ ਆ। ਉਸ ਦੇ ਵਿੱਚ ਕੁਝ ਸਾਈਡ ਇਫੈਕਟ ਹੁੰਦੇ ਆ ਜਿਹੜੇ ਤੇਜ਼ੀ ਨਾਲ ਨੋਰਮਲ ਆਪਣੇ ਬਲੱਡ ਸੈਲਸ ਵੱਧ ਰਹੇ ਆ ਉਹਨਾਂ 'ਤੇ ਵੀ ਉਹ ਨਸ਼ਟ ਕਰਦੇ ਆ। ਇਸ ਤੋਂ ਇਲਾਵਾ ਜਿਹੜਾ ਇਮਿਊਨੋਥੈਰੇਪੀ ਤੁਸੀਂ ਪੁੱਛਿਆ, ਇਹ ਕੀ ਕਰਦੇ ਆ, ਇਹ ਕੁਝ ਨਵੇਂ ਇੰਜੈਕਸ਼ਨਸ ਪਿਛਲੇ 3-4 ਸਾਲਾਂ 'ਚ ਆਏ ਆ ਜਿਹੜੇ ਬੋਡੀ ਦੀ ਇਮਿਊਨਿਟੀ ਨੂੰ, ਆਪਣੇ ਇਮਿਊਨ ਸੈਲਸ ਨੂੰ ਹੀ ਇੰਨਾ ਸਟਰੋਂਗ ਬਣਾ ਦਿੰਦੇ ਆ ਕਿ ਉਹ ਆਪਣੇ ਆਪ ਕੈਂਸਰ ਦੇ ਸੈਲਸ ਨੂੰ ਡਿਟੈਕਟ ਕਰਕੇ ਕੈਂਸਰ ਨੂੰ ਖਤਮ ਕਰਦੇ ਆ। ਇਸ ਦੇ ਨਾਲ ਕੀਮੋਥੈਰੇਪੀ ਤੋਂ ਕਾਫੀ ਘੱਟ ਸਾਈਡ ਇਫੈਕਟਸ ਇਸ ਦੇ ਵਿੱਚ ਦੇਖਣ ਨੂੰ ਮਿਲਦੇ ਆ, ਅਤੇ ਜਿਹੜੇ ਸਾਈਡ ਇਫੈਕਟਸ ਹੁੰਦੇ ਆ ਉਹ ਵੀ ਕੀਮੋਥੈਰੇਪੀ ਵਾਂਗ ਨਹੀਂ ਹੁੰਦੇ। ਇਹਦੇ ਵਿੱਚ ਖੂਨ ਦਾ ਘਟਣਾ ਜਾਂ ਕੋਈ ਕਮਜ਼ੋਰੀ ਆਣੀ, ਇੱਦਾਂ ਦੇ ਸਾਈਡ ਇਫੈਕਟ ਯੂਜ਼ਲੀ ਦੇਖਣ ਨੂੰ ਨਹੀਂ ਮਿਲਦੇ। ਜੀ। ਡਾਕਟਰ ਮੀਨਾਕਸ਼ੀ, ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆ ਜਾਂਦਾ ਹੈ ਕੈਂਸਰ ਨਾਲ ਪੀੜਿਤ, ਇੱਕ ਟੀਮ ਵਰਕ ਆ, ਅਸੀਂ ਸਾਰੇ ਟੀਮ ਦੇ ਵਿੱਚ ਕੰਮ ਕਰਦੇ ਹਾਂ, ਔਰ ਅੱਜ ਅਸੀਂ ਮੀਡੀਆ 'ਚ ਬੈਠੇ ਹਾਂ। ਕਈ ਪੇਸ਼ੈਂਟ ਇੱਦਾਂ ਦੇ ਆਉਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੇਸ ਐਕਸਪਰਟ ਕੋਲ ਜਾਣਾ। ਜਦੋਂ ਤੁਹਾਡੇ ਕੋਲ ਕੋਈ ਇੱਦਾਂ ਦਾ ਪੇਸ਼ੈਂਟ ਆ ਜਾਂਦਾ, ਮੰਨ ਲਓ ਉਹਨੇ ਜਾਣਾ ਹੈਗਾ ਸਰਜਨ ਦੇ ਕੋਲ, ਉਹਨੂੰ ਸਰਜਨ ਦੀ ਜ਼ਰੂਰਤ ਹੈ, ਕਿਵੇਂ ਉਹਨੂੰ ਡੀਲ ਕਰਦੇ ਹੋ ਤੁਸੀਂ? ਕਿੱਦਾਂ, ਮਤਲਬ ਉਹ ਲੋਕ ਕੀ ਕਰਨ? बेसिकली वही होता कि अपा जब कैंसर की डायग्नोसिस हो जाती है, या तो कैंसर डायग्नोस करके नहीं आया पेशेंट, कोई हमारे साथ सिम्टम्स के साथ आया है कि गांठ है या ब्लीडिंग हो रही है, तो पहला अपा जिस डिपार्टमेंट में आया है उसमें डायग्नोसिस की जाती है कि ये इस जगह का कैंसर है और कहाँ तक सीमित है, फैला हुआ है या लिमिटेड है। ਉਹਦੇ ਬਾਅਦ ਆਪਾਂ ਇੱਕ ਟਿਊਮਰ ਬੋਰਡ ਡਿਸਕਸ਼ਨਸ ਹੁੰਦੀਆਂ ਸਾਡੀ, ਜਿਹਦੇ 'ਚ ਸਾਰੇ ਡਿਪਾਰਟਮੈਂਟ ਬੈਠਦੇ ਇਕੱਠੇ, ਜਿਹਦੇ 'ਚ ਸਰਜੀਕਲ ਔਨਕੋਲੋਜਿਸਟ ਹੁੰਦਾ ਹੈ, ਮੈਡੀਕਲ ਔਨਕੋਲੋਜਿਸਟ, ਰੇਡੀਏਸ਼ਨ ਔਨਕੋਲੋਜਿਸਟ, ਤੇ ਨਾਲ रेडियोलॉजिस्ट भी ਤੇ पैथोलॉजिस्ट भी जो कि बायोप्सी का जांच करते हैं। ये सारी टीम बैठ के ਆਪਾਂ डिसाइड करते हैं कि पेशेंट ਲਈ ਕਿਹੜਾ ट्रीटमेंट ਪਹਿਲਾ ਜਾਂ ਕਿਹੜਾ ट्रीटमेंट ਉਹਦੇ ਲਈ ਫਾਇਦੇਮੰਦ ਰਹੂਗਾ, ਤੀਜੇ ਤੇ ਉਹ ਲੌਂਗ ਟਰਮ ਸਰਵਾਈਵਲ ਰਹੇ ਜੀ। ਉਹਦੇ ਵਾਸਤੇ ਫਿਰ ਜੋ ਪਲਾਨ ਕੀਤਾ ਜਾਂਦਾ ਟ੍ਰੀਟਮੈਂਟ ਅਕੋਰਡਿੰਗ ਟੂ ਦਾ ਪੇਸ਼ੈਂਟ ਸਟੇਜ ਔਰ ਡਾਇਗਨੋਸਿਸ, ਉਹਦੇ ਹਿਸਾਬ ਨਾਲ ਆਪਾਂ डिसाइड करते हैं कि सर्जरी पहले होनी चाहिए या कीमो रेडिएशन होनी है, या सर्जरी करके उसके बाद रेडियोथेरेपी रिपोर्ट के अकॉर्डिंगली लगनी है या क्या है। तो वो एक टीम वर्क है। टीम ऑन्कोलॉजी एक टीम वर्क के बिना चलना बड़ा मुश्किल है। और हमारे डिपार्टमेंट, हमारे हॉस्पिटल में हम लोग 6-7 डॉक्टर्स हैं जो ऑन्को के टीम के हैं, जो कि आपस में बैठ के डिस्कस करके पेशेंट का जो बेस्ट प्रोटोकॉल हो सकता है वो ਆਪਾਂ ਉਹਨਾਂ ਨੂੰ ਦੱਸ ਜੀ। ਡਾਕਟਰ ਵਿਜੇ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਸਾਡੇ ਕੋਲੇ ਪੇਸ਼ੈਂਟ ਆਉਂਦੇ ਨੇ ਕੈਂਸਰ ਦੇ, ਬੜੇ ਹਤਾਸ਼ ਹੁੰਦੇ ਨੇ, ਨਾਮ ਸੁਣ ਕੇ ਹੀ ਕਈ ਤਾਂ, ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਨਾ ਮੁਰਾਦ ਬਿਮਾਰੀ ਹੈ। ਕੁਝ ਲੋਕ ਸੋਚਦੇ ਨੇ, ਅੱਜ ਵੀ ਧਾਰਨਾ ਹੈ, ਪੜ੍ਹੇ ਲਿਖੇ ਲੋਕ ਸੋਚਦੇ ਨੇ ਕਿ
ਜਦੋਂ ਕੈਂਸਰ ਦਾ ਨਾਮ ਸੁਣ ਲਿਆ, ਕਿਉਂਕਿ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਸੁਣ ਕੇ ਹਤਾਸ਼ ਹੋ ਜਾਂਦੇ ਨੇ ਕਿ ਅਸੀਂ ਪੈਸਾ ਵੀ ਲਗਾ ਦਿਆਂਗੇ, ਸਾਨੂੰ ਆਰਾਮ ਵੀ ਨਹੀਂ ਆਉਣਾ। ਕੋਈ ਇੱਦਾਂ ਦਾ ਕੇਸ, ਇੱਦਾਂ ਦਾ ਕੋਈ ਕ੍ਰਿਟੀਕਲ ਕੇਸ ਬਹੁਤ ਸਾਰੇ ਕੀਤੇ ਹੋਣਗੇ, ਕਿਉਂਕਿ ਤੁਹਾਡਾ ਇਸ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਤਜਰਬਾ, ਤਾਂ ਕਿ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਇਹਦੇ ਰਿਗਾਰਡਿੰਗ ਅਵੇਅਰਨੈਸ ਮਿਲੇ ਕਿ ਜਿਹੜਾ ਤੁਹਾਡੇ ਕੋਲ ਬਹੁਤ ਜ਼ਿਆਦਾ ਕ੍ਰਿਟੀਕਲ ਕੇਸ ਆਇਆ ਹੋਵੇ ਔਰ ਉਹਦਾ ਸਰਵਾਈਵਲ ਰੇਟ ਕੀ ਹੈ। ਦੇਖੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਧਾਰਨਾ ਹੈ ਕਿ ਕੈਂਸਰ ਦਾ ਕੁਝ ਨਹੀਂ ਹੋ ਸਕਦਾ, ਕੁਝ ਲੋग कीवर्ड यूज़ करते हैं कैंसर मीन्स कैंसल, तो बहुत गलत धारणा है। तो मैं ਇਹਦੇ ਅਪੋਜ਼ਿਟ ਤੁਹਾਨੂੰ ਇੱਕ ਗੱਲ ਕਹਾਂਗਾ, ਕੈਂਸਰ ਇਜ਼ ਕਿਉਰੇਬਲ ਇਫ ਡਿਟੈਕਟਡ अर्ਲੀ। ਜੀ, ਕੈਂਸਰ ਇੱਕ ਠੀਕ ਹੋਣ ਵਾਲੀ ਬਿਮਾਰੀ ਹੈ। ਜਿਵੇਂ ਤੁਸੀਂ ਕਹੋ, ਮੰਨ ਲਓ ਦੂਜੀ ਬਿਮਾਰੀਆਂ ਹੈ, ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਹਾਰਟ ਪ੍ਰੋਬਲਮ ਹੈ, ਇਹ ਠੀਕ ਹੋਣ ਵਾਲੀ ਬਿਮਾਰੀ ਨਹੀਂ ਹੈ, ਇਹਨੂੰ ਤੁਸੀਂ ਕੰਟਰੋਲ ਕਰੋਗੇ। ਬਟ ਕੈਂਸਰ ਵਿੱਚ ਸਾਡੇ ਕੋਲ ਅਗਰ ਮਰੀਜ਼ ਪਹਿਲੀ ਸੈਕਿੰਡ ਸਟੇਜ ਤੇ ਆਉਂਦਾ ਤਾਂ 80% ਕੈਂਸਰ ਪੇਸ਼ੈਂਟ ਠੀਕ ਹੋ ਜਾਣਗੇ ਜੜ ਤੋਂ। ਜੀ, ਐਸੇ ਅਸੀਂ ਕੰਟਰੋਲ ਨਹੀਂ ਕਹਿ ਰਹੇ, ਉਹ ਜੜ ਤੋਂ ਠੀਕ ਹੋ ਜਾਂਦੇ ਆ। ਪਹਿਲੀ ਗੱਲ ਤਾਂ ਇਹ ਹੈ। ਤਾਂ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇਨਕਿਉਰੇਬਲ ਬਿਮਾਰੀ ਹੈ ਜਾਂ ਇਹਦਾ ਕੁਝ ਨਹੀਂ ਹੋ ਸਕਦਾ। ਸਾਡੇ ਕੋਲ ਐਗਜ਼ਾਮਪਲਸ ਨੇ, ਅਗਰ ਬਹੁਤ ਅਸੀਂ example ਯੁਵਰਾਜ ਹੈ। ਸਿੰਘ ਦੀ ਐਗਜ਼ਾਮਪਲ ਲਈਏ ਜਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿਉਰ ਹੋਏ ਨੇ। ਸਾਡੇ ਕੋਲ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਦੇ ਨਾਮ ਆਉਂਦੇ। बहुत पेशेंट है। तो ਅਸੀਂ सारा दिन मीडिया 'ਚ देखते हैं, सेलिब्रिटीज़ हैं, पॉलिटिशियंस हैं, बड़े बड़े लोग हैं जिन्हों ਦੇ ਅੱਜਕੱਲ ਲੋਕ ਅੱਗੇ ਆ ਕੇ ਕਹਿੰਦੇ ਆ ਕਿ ਮੈਨੂੰ ਕੈਂਸਰ ਹੋਇਆ ਸੀ ਔਰ ਮੈਂ ਠੀਕ ਹਾਂ। ਜੀ, ਬਿਲਕੁਲ ਬਿਲकुल, ਬੜੀ ਅੱਛੀ ਗੱਲ ਹੈ। ਅੱਛੀ ਗੱਲ ਹੈ। ਜਿਵੇਂ ਤੁਸੀਂ ਨਾਂ ਲਓ ਐਂਜਲਾ ਜੋਲੀ ਦਾ, ਤਾਂ ਉਹਨੂੰ ਪੂਰੀ ਦੋਨੋਂ ਬ੍ਰੈਸਟ ਨਿਕਲਵਾ ਕੇ ਕਹਿੰਦੀ ਸੀ ਮੈਨੂੰ, ਮੇਰੇ ਪੇਰੈਂਟਸ ਨੂੰ ਕੈਂਸਰ था तो मैं बच गया। तो एक ये मैथड भी है कि ਸਾਨੂੰ ਕੁਝ ਲੱਗਦਾ ਹੈ ਤਾਂ ਅਸੀਂ ਉਹਨੂੰ ਬਚਾ ਸਕਦੇ ਹਾਂ। तो ਇਹ ਗੱਲ ਬਿਲਕੁਲ ਗਲਤ ਹੈ ਕਿ ਅਸੀਂ ਕਹੇं कि ਕੁਝ ਨਹੀਂ ਹੋ ਸਕਦਾ। ਇਹ ਗੱਲਾਂ 30 ਸਾਲ 40 ਸਾਲ ਪੁਰਾਣੀ ਗੱਲਾਂ ਸੀ ਜਦ ਟ੍ਰੀਟਮੈਂਟ ਨਹੀਂ ਸੀ। ਹੁਣ ਸਾਡੇ ਕੋਲ ਟ੍ਰੀਟਮੈਂਟ ਹੈ ਤਾਂ 80% ਕੈਂਸਰ ਠੀਕ ਹੋ ਜਾਂਦੇ ਆ। ਜੀ, ਦੂਜੀ ਤੁਸੀਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕਈ ਵਾਰ ਇਹ ਸੋਚ ਕੇ ਕਿ ਕੁਝ ਹੋ ਨਹੀਂ ਸਕਦਾ, ਵੀ ਡਾਕਟਰ ਸਾਹਿਬ ਇਹਨੂੰ ਬਸ ਖਾਲੀ ਥੋੜਾ ਸਾ ਨਾ ਰਿਲੀਫ ਦੇ ਦਿਓ ਜੀ, ਕਿ ਇਹਨਾਂ ਦੀ ਜਿਹੜੀ ਲਾਈਫ ਹੈ ਥੋੜੀ ਚੱਲ ਜਾਏਗੀ ਔਰ ਜਿੰਨਾ ਹੋ ਸਕਦਾ। ਤਾਂ ਐਵੇਂ ਪੇਸ਼ੈਂਟ ਆਉਂਦੇ ਆ। ਬਈ ਕੱਲ ਹੀ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀ ਜੋ ਸਾਡੇ ਕੋਲ 2 ਸਾਲ ਪਹਿਲੇ ਆਈ ਸੀ, ਬਿਲਕੁਲ ਬੈੱਡ ਰੀਡਨ ਆਈ ਸੀ, ਜਿਵੇਂ ਸਟ੍ਰੈਚਰ ਤੇ। ਜੀ, ਕਿਉਂ? ਖਾਣਾ ਪੀਣਾ ਬੰਦ ਸੀ। ਖਾਣਾ ਪੀਣਾ ਬੰਦ 15-20 ਸਾਲ 20 ਦਿਨੋਂ ਤੋਂ ਬੰਦ ਸੀ। ਕਿਉਂ? ਪੇਸ਼ੈਂਟ ਦੇ ਫੂਡ ਪਾਈਪ ਵਿੱਚ ਕੈਂਸਰ ਸੀ। ਜੀ, ਸੋ ਅਸੀਂ ਡਾਇਗਨੋਸ ਕੀਤਾ, ਅਸੀਂ ਉਹਦੀ ਰਿਪੋਰਟਾਂ ਕਰਾਈ ਤਾਂ ਦੇਖਾ ਕਿ ਕੈਂਸਰ ਹੁਣ ਵੀ ਖਾਲੀ ਫੂਡ ਪਾਈਪ ਤੇ ਹੀ ਹੈ, ਅੱਗੇ ਫੈਲਿਆ ਨਹੀਂ ਹੈ। ਜੀ, ਫਿਰ ਮੈਂ ਪੇਸ਼ੈਂਟ ਡਾਕਟਰ ਮੀਨਾਕਸ਼ੀ ਕੋਲ ਭੇਜਿਆ। ਤਾਂ ਇਹਨਾਂ ਨੂੰ ਪਹਿਲੇ ਉਹਨਾਂ ਨੂੰ ਰੇਡੀਏਸ਼ਨ ਲਗਾਈ, ਅਸੀਂ ਫੂਡ ਪਾਈਪ ਪਾਈ ਉਹਨੂੰ ਟਿਊਬ ਪਾ ਕੇ। ਤਾਂ 1 ਮਹੀਨਾ 4 ਹਫ਼ਤੇ ਇਹਨਾਂ ਨੂੰ 4-5 ਹਫ਼ਤੇ ਇਹਨਾਂ ਨੂੰ ਰੇਡੀਏਸ਼ਨ ਥੈਰੇਪੀ ਦਿੱਤੀ, ਬੜਾ ਅੱਛਾ ਰਿਜ਼ਲਟ ਆਇਆ। ਉਹਦੇ 1 ਮਹੀਨੇ ਬਾਅਦ ਅਸੀਂ ਉਹਦਾ ਆਪਰੇਸ਼ਨ ਕੀਤਾ। ਜੀ, ਤਾਂ ਐਸੀ ਗੱਲ ਨਹੀਂ ਹੈ, ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਆ ਜਿਹੜੇ ਸਪਰੈਡ ਕੰਡੀਸ਼ਨ ਹੀ ਆਉਂਦੇ ਆ। ਔਰ ਹੁਣ ਤਾਂ ਕੁਝ ਕੈਂਸਰ ਐਸੇ ਵੀ ਹੈ ਜਿਹੜੇ ਚੌਥੀ ਸਟੇਜ ਵੀ ਸਾਨੂੰ ਰਿਜ਼ਲਟ ਮਿਲਦਾ ਹੈ। ਜੀ, ਚੌਥੀ ਸਟੇਜ ਵੀ ਸਾਡੇ ਕੋਲ ਐਸੇ ਪੇਸ਼ੈਂਟ ਹੈ ਜੋ 8-10 ਸਾਲ ਤੋਂ ਚੱਲ ਰਹੇ ਹੈ ਦਵਾਈਆਂ ਨਾਲ। ਜਿਵੇਂ ਬੀਪੀ ਦੀ ਦਵਾਈ ਚੱਲਦੀ ਹੈ, ਸ਼ੂਗਰ ਦੀ ਦਵਾਈ ਚੱਲਦੀ ਹੈ। ਤਾਂ ਜਿਵੇਂ ਨਵੀਂ ਦਵਾਈਆਂ डॉक्टर साहब ने बताया कि टारगेटेड थेरेपी आ रही है विदाउट साइड इफेक्ट, जी, पेशेंट ले ही जा रहे हैं। तो ऐसी गल नहीं, बहुत पेशेंट जी, डेफिनेटली रिजल्ट मिलता है। तो ਅਸੀਂ ਇਹ ਨਹੀਂ ਕਹਿ ਸਕਦੇ ਕਿ ਪੇਸ਼ੈਂਟ ਨੂੰ ਰਿਜ਼ਲਟ ਨਹੀਂ ਮਿਲੇਗਾ। ਜੀ। ਡਾਕਟਰ ਮੁਕੇਸ਼, ਜਿਵੇਂ ਸਾਡੇ ਕੋਲ ਕੈਂਸਰ ਦੇ ਪੇਸ਼ੈਂਟ ਆਉਂਦੇ ਨੇ, ਅਸੀਂ ਉਹਨਾਂ ਨੂੰ ਡਾਇਗਨੋਸ ਕਰ ਲਿਆ, ਉਹਨਾਂ ਨੂੰ ਕਈ ਵਾਰੀ ਫਸਟ ਸਟੇਜ 'ਤੇ ਆ ਜਾਂਦੇ, ਕਈ ਵਾਰੀ ਸੈਕਿੰਡ 'ਤੇ, ਕਈ ਵਾਰੀ ਥਰਡ ਸਟੇਜ 'ਤੇ ਆ ਜਾਂਦੇ ਆ। ਜੇਕਰ ਅਸੀਂ ਸਰਵਾਈਵਲ ਰੇਟ ਦੀ ਗੱਲ ਕਰੀਏ ਤਾਂ ਜੇ ਮੰਨ ਲਓ ਕੋਈ ਪੇਸ਼ੈਂਟ ਸਾਡੇ ਕੋਲ 4th ਸਟੇਜ 'ਤੇ ਆ ਰਿਹਾ ਜਾਂ 3rd ਸਟੇਜ 'ਤੇ ਆ ਰਿਹਾ, ਤਾਂ ਕਿੰਨਾ ਕੁ ਸਰਵਾਈਵਲ ਰੇਟ ਹੈਗਾ, ਸਕਸੈਸ ਰੇਟ ਕੀ ਹੈ ਇਸ ਦਾ? ਦੇਖੋ, 3rd ਸਟੇਜ ਦਾ ਮਤਲਬ ਹੁੰਦਾ ਹੈ ਕਿ ਕੈਂਸਰ ਜਿਹੜੇ ਆਰਗਨ ਤੋਂ ਸਟਾਰਟ ਹੋਇਆ ਉਸ ਦੇ ਇਲਾਵਾ ਉਸ ਦੇ ਆਸ-ਪਾਸ ਏਰੀਆ 'ਚ ਫੈਲ ਗਿਆ, ਹਜੇ ਦੂਰ ਦੇ ਆਰਗਨਸ ਦੇ ਵਿੱਚ ਨਹੀਂ ਫੈਲਿਆ। ਜੀ, ਮੋਸਟਲੀ ਕੈਂਸਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਨਵੇਂ ਤਰੀਕੇ ਦੀਆਂ ਦਵਾਈਆਂ ਤੇ ਲੇਟੈਸਟ ਸਰਜਰੀਜ਼ ਦੇ ਨਾਲ ਆਪਾਂ ਉਹਨੂੰ ਕਿਉਰ ਕਰ ਸਕਦੇ ਹੁੰਦੇ ਹਾਂ, ਜੜ ਤੋਂ ਖਤਮ ਕਰ ਸਕਦੇ ਹੁੰਦੇ ਹਾਂ। 70-80% ਕੇਸਿਸ ਦੇ ਵਿੱਚ ਉਹਨੂੰ ਆਪਾਂ ਕਿਉਰ ਕਰ ਸਕਦੇ ਹਾਂ। ਜੇ ਕੈਂਸਰ ਉਹ ਚੌਥੀ ਸਟੇਜ ਦੇ ਵਿੱਚ ਹੈ, ਸਾਰੇ ਸਰੀਰ ਦੇ ਵਿੱਚ ਫੈਲ ਚੁੱਕਿਆ ਹੈ, ਉਸ ਦੇ ਬਾਵਜੂਦ ਵੀ ਆਪਾਂ ਡਿਪੈਂਡ ਕਰੇਗਾ ਕਿ ਕੈਂਸਰ ਕਿਸ ਕਿਸਮ ਦਾ ਹੈ। ਜਿਵੇਂ ਕਿ ਬ੍ਰੈਸਟ ਕੈਂਸਰ ਦੇ ਪੇਸ਼ੈਂਟਸ ਹੈ, ਉਹ ਕਈ ਵਾਰ 10-10 ਸਾਲ ਵੀ ਸਾਡੇ ਕੋਲ ਚੱਲ ਰਹੇ ਨੇ ਚੌਥੀ ਸਟੇਜ ਦੇ ਵਿੱਚ, ਹੈ ਨਾ। ਉਹ ਹਾਰਮੋਨ ਦੇ ਟੈਬਲੇਟਸ ਦੇ ਨਾਲ ਜਾਂ ਕੁਝ ਟਾਰਗੇਟਡ ਟ੍ਰੀਟਮੈਂਟਸ ਦੇ ਨਾਲ ਕਾਫੀ ਲੰਬਾ ਸਰਵਾਈਵ ਕਰਦੇ ਨੇ। ਤੇ ਐਦਾਂ ਨਹੀਂ ਹੈ ਕਿ ਜੇ ਪੇਸ਼ੈਂਟ ਦੀ ਤੀਜੀ ਸਟੇਜ ਹੈ ਜਾਂ ਚੌਥੀ ਸਟੇਜ ਹੈ ਤਾਂ ਫਿਰ ਉਸ ਦਾ ਕੁਝ ਨਹੀਂ ਹੋ ਸਕਦਾ। ਈਵਨ ਚੌਥੀ ਸਟੇਜ ਦੇ ਅਰਲੀ ਕੇਸਿਸ ਨੂੰ ਵੀ ਆਪਾਂ ਕੁਝ ਪੇਸ਼ੈਂਟਸ ਦੇ ਵਿੱਚ ਅੱਜ ਦੀ ਡੇਟ 'ਚ ਕਿਉਰ ਕਰ ਰਹੇ ਹਾਂ। ਉਸ ਦੇ ਵਿੱਚ ਆਪਾਂ ਪਹਿਲਾਂ ਉਹਨਾਂ ਨੂੰ ਕੀਮੋਥੈਰੇਪੀ ਨਾਲ ਜਾਂ ਨਵੇਂ ਇੰਜੈਕਸ਼ਨਸ ਨਾਲ ਉਹਦਾ ਸਾਈਜ਼ ਰਿਡਿਊਸ ਕਰ ਦਿੰਦੇ ਹਾਂ, ਉਹਨੂੰ ਆਪਰੇਸ਼ਨ ਦੇ ਲਾਇਕ ਬਣਾ ਦਿੰਦੇ ਹਾਂ। ਉਸ ਤੋਂ ਬਾਅਦ ਟਿਊਮਰ ਬੋਰਡ ਦੇ ਵਿੱਚ ਡਿਸਕਸ ਕਰਕੇ ਉਹਨਾਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ।
ਤੇ ਪੇਸ਼ੈਂਟ ਨੂੰ ਬਹੁਤ ਅੱਛੇ ਰਿਜ਼ਲਟ ਉਸ ਨਾਲ ਮਿਲ ਰਹੇ ਨੇ। ਇਹ ਤਾਂ ਅਸੀਂ ਗੱਲ ਕਰ ਲਈ ਕੈਂਸਰ ਦੀਆਂ ਸਟੇजेस ਨੇ, ਫਰਸਟ ਸਟੇਜ, ਸੈਕੰਡ ਸਟੇਜ, ਥਰਡ ਸਟੇਜ, ਫੋਰਥ ਸਟੇਜ। ਇਸ ਤੋਂ ਇਲਾਵਾ ਜਦੋਂ ਅਸੀਂ ਕੀਮੋਥੈਰੇਪੀ ਦਿੰਦੇ ਹਾਂ ਕਿਸੇ ਪੇਸ਼ੈਂਟ ਨੂੰ ਤੇ ਉਸ ਦੇ ਵੀ ਸਾਈਕਲ ਹੁੰਦੇ ਨੇ, ਕਿੰਨੀ ਦੇਰ ਤੱਕ ਦਿੰਦੇ ਹਾਂ, ਕਿੰਨਾ ਟਾਈਮ ਦਿੰਦੇ ਹਾਂ, ਜਾਂ ਫਿਰ ਇੱਕ ਟਾਈਮ ਤੇ ਆ ਕੇ ਅਸੀਂ ਬੰਦ ਕਰ ਦਿੰਦੇ ਹਾਂ? ਦੇਖੋ, ਕੀਮੋਥੈਰੇਪੀ ਦੇ ਲਈ ਕਾਫੀ ਜ਼ਿਆਦਾ ਗਲਤ ਧਾਰਨਾ ਆਈ ਥਿੰਕ ਲੋਕਾਂ ਦੇ ਵਿੱਚ ਹੈ। ਕੁਝ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਕੀਮੋਥੈਰੇਪੀ ਇੱਕ ਕਿਸਮ ਦਾ ਜ਼ਹਿਰ ਹੁੰਦਾ ਹੈ, ਜੋ ਕਿ ਸਹੀ ਨਹੀਂ ਹੈ। ਕੀਮੋਥੈਰੇਪੀ ਵੀ ਆਮ ਦਵਾਈਆਂ ਵਾਂਗੂ, ਜਿਵੇਂ ਨੋਰਮਲ ਐਂਟੀਬਾਇਓਟਿਕਸ ਜਾਂ ਬਾਕੀ ਇੰਜੈਕਸ਼ਨ ਹੁੰਦੇ ਆ, ਇੱਦਾਂ ਹੀ ਗਲੂਕੋਜ਼ ਦੇ ਵਿੱਚ ਪਾ ਕੇ ਨਸ ਦੇ ਜ਼ਰੀਏ ਇੰਜੈਕਸ਼ਨ ਹੀ ਲੱਗਦਾ ਹੈ। ਇਹ ਥੋੜ੍ਹੇ ਸਟਰੋਂਗ ਕਿਸਮ ਦੇ ਇੰਜੈਕਸ਼ਨ ਜ਼ਰੂਰ ਹੁੰਦੇ ਹੈ, ਪਰ ਇਹਨਾਂ ਨੂੰ ਆਪਾਂ ਜੇ ਮਰੀਜ਼ ਦੀ ਉਮਰ ਦੇ ਹਿਸਾਬ ਨਾਲ, ਵਜ਼ਨ, ਉਚਾਈ ਦੇ ਹਿਸਾਬ ਨਾਲ, ਫਿਟਨੈਸ ਲੈਵਲ ਦੇ ਹਿਸਾਬ ਨਾਲ ਡੋਜ਼ ਕੈਲਕੂਲੇਟ ਕਰਕੇ ਦਿੰਦੇ ਹਾਂ ਤਾਂ ਅੱਜ ਦੀ ਡੇਟ ਦੇ ਵਿੱਚ 80 ਤੋਂ 90% ਲੋਕਾਂ ਨੂੰ ਕੋਈ ਵੀ ਮੇਜਰ ਸਾਈਡ ਇਫੈਕਟ ਨਹੀਂ ਹੁੰਦਾ। ਕੀਮੋਥੈਰੇਪੀ ਦੇ ਸਾਈਕਲਸ ਉਸਦੇ ਕੈਂਸਰ ਦੀ ਕਿਸਮ ਤੇ ਡਿਪੈਂਡ ਕਰਦਾ ਹੈ, ਕਿਉਂਕਿ ਕੀਮੋਥੈਰੇਪੀ ਕੋਈ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਇਸ ਦੇ ਵਿੱਚ ਕਈ ਤਰ੍ਹਾਂ ਦੇ ਇੰਜੈਕਸ਼ਨਸ ਹੁੰਦੇ ਆ, ਕਈ ਤਰ੍ਹਾਂ ਦੀਆਂ ਰਜੀਮਸ ਹੁੰਦੀਆਂ। ਜ਼ਿਆਦਾਤਰ ਕੀਮੋਥੈਰੇਪੀਜ਼ ਅਸੀਂ ਹਫਤੇ ਤੇ ਜਾਂ 21 ਦਿਨ ਦੇ ਗੈਪ ਤੇ ਲਗਾਉਂਦੇ ਹਾਂ। ਇਹਦੇ ਯੂਜ਼ਲੀ ਅਸੀਂ 4 ਤੋਂ 6 ਸਾਈਕਲ ਕੀਮੋ ਦੇ ਲਗਾਉਂਦੇ ਹਾਂ। ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਮਰੀਜ਼ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਹੈ, ਉਹਦਾ ਚੈੱਕਅਪ ਕਰਦੇ ਹਾਂ, ਉਹਦੇ ਸਕੈਨਸ ਵਗੈਰਾ ਕਰਦੇ ਹਾਂ। ਬਟ ਯੂਜ਼ਲੀ ਅਸੀਂ ਜਿਹੜੀ ਪ੍ਰੋਪਰ ਕੀਮੋਥੈਰੇਪੀ ਆ ਉਹਨੂੰ ਬਹੁਤ ਜ਼ਿਆਦਾ ਲੰਬੇ ਟਾਈਮ ਤੱਕ ਕੰਟੀਨਿਊ ਨਹੀਂ ਕਰਦੇ। ਉਸ ਤੋਂ ਬਾਅਦ ਜੇ ਜ਼ਰੂਰਤ ਲੱਗਦੀ ਹੈ ਤਾਂ ਉਹਨੂੰ ਕੁਝ ਟਾਰਗੇਟਿਡ ਟਰੀਟਮੈਂਟ ਜਾਂ ਓਰਲ ਟਰੀਟਮੈਂਟ ਜਾਂ ਇਮਿਊਨੋਥੈਰੇਪੀ ਵਗੈਰਾ ਜਿਹੜੇ ਇੰਜੈਕਸ਼ਨਸ ਹੁੰਦੇ ਆ, ਉਹਨਾਂ ਨੂੰ ਆਪਾਂ ਕਈ ਸਾਲ ਵੀ ਲੰਬੇ ਟਾਈਮ ਤੱਕ ਕੰਟੀਨਿਊ ਕਰ ਸਕਦੇ ਹੁੰਦੇ ਹਾਂ। ਜੀ ਡਾਕਟਰ ਮੀਨਾਕਸ਼ੀ, ਅਸੀਂ ਕੈਂਸਰ ਡੇਜ਼ ਮਨਾਉਂਦੇ ਹਾਂ, ਇੱਕ ਅਵੇਅਰਨੈਸ ਚਲਾਉਂਦੇ ਹਾਂ। ਜਦੋਂ ਅਸੀਂ ਕੈਂਸਰ ਡੇਜ਼ ਮਨਾਉਂਦੇ ਹਾਂ, ਕੈਂਸਰ ਵੀਕ ਮਨਾਉਂਦੇ ਹਾਂ, ਕੈਂਸਰ ਮੰਥ ਵੀ ਮਨਾਉਂਦੇ ਹਾਂ, ਕਹਿੰਦੇ ਨੇ ਕਿ ਜਿੰਨਾ ਕੋਈ ਪਰਸਨ ਪੋਜ਼ਿਟਿਵ ਸੋਚਦਾ ਹੈ, ਉਹਦੀ ਸੋਚ 'ਤੇ ਡਿਪੈਂਡ ਕਰਦਾ ਹੈ ਕਿ ਜਿੰਨੀ ਉਹਦੀ ਇਮਿਊਨਿਟੀ 'ਤੇ ਵੀ ਅਸਰ ਪਾਉਂਦੀ ਆ ਅਗਰ ਅਸੀਂ ਨੈਗੇਟਿਵ ਸੋਚਦੇ ਹਾਂ। ਜਾਂਦੇ ਇੱਕ ਮੈਸੇਜ ਦੇਣਾ ਹੈਗਾ ਸਾਡੇ ਦਰਸ਼ਕਾਂ ਨੂੰ, ਇੱਕ ਅਵੇਅਰਨੈਸ ਦਾ ਮੈਸੇਜ ਦੇਣਾ, ਤਾਂ ਕਿ ਉਹ ਘਬਰਾਉਣ ਨਾ ਇੱਦਾਂ ਦੀ ਬਿਮਾਰੀ ਤੋਂ, ਉਹ ਬਿਲਕੁਲ ਪੋਜ਼ਿਟਿਵ ਰਹਿਣ। ਔਰ ਕਿਉਂਕਿ ਜਦੋਂ ਬੰਦਾ ਦੁਖੀ ਹੈ ਉਹਦੇ ਦਿਲ 'ਚ ਹਰ ਤਰ੍ਹਾਂ ਦੇ ਵਿਚਾਰ ਆਉਣੇ ਹੈ। वो तो है ही, बट जिदा डॉक्टर विजय ने भी दसिया कि कैंसर जो है इट्स अ क्योरेबल डिजीज़। इसकी डायग्नोसिस अगर हम अर्ली स्टेज पे कर लेते हैं तो हमारे पास सक्सेस रेट ऑलमोस्ट 80 to 90% रिजल्ट रहते हैं। बट ਉਹਦੇ ਲਈ ਸਾਨੂੰ ਅਵੇਅਰਨੈਸ ਹੋਣੀ चाहिए कि सिम्टम्स हो सकते हैं कि जिदा ਹੁੰਦਾ कि कोई गांठ बनी कहीं पे भी बॉडी 'ਚ कोई गांठ बनी है, कोई अल्सर है जो हील नहीं हो रहा, लॉन्ग टर्म कफ है जो नहीं ठीक हो रही मेडिसिन से, तो ये अर्ली सिम्टम्स होते। वेट लॉस हो रहा है, भूख घट लग रही है, ਇਹਨਾਂ ਦੇ ਨਾਲ ਡਾਇਗਨੋਸਿਸ ਆਪਾਂ ਜਲਦੀ ਕਰ ਸਕਦੇ ਹਾਂ। ਤੇ ਹੁਣ ਅਸੀਂ 6 ਜੂਨ ਨੂੰ ਅਸੀਂ ਕੈਂਸਰ ਸਰਵਾਈਵਰ ਡੇ ਵੀ ਮਨਾਇਆ ਜਾਂਦਾ ਇੰਟਰਨੈਸ਼ਨਲੀ। ਉਹਦੇ 'ਚ ਬਹੁਤ ਸਾਰੇ ਹਜ਼ਾरों ਲੋਕ ਮੈਂ ਕਿਹਾ ਕੈਂਸਰ ਸਰਵਾਈਵਰਸ ਜੋ ਹੈਗੇ वो ਹੁਣ फॉरवर्ड आते हैं तो अपने एक्सपीरियंसेस बताते हैं। उन इवन बुक्स भी लिखी हैं लोगों ने, और जैसे पहले भी बात की है कि सेलिब्रिटीज़ भी फॉरवर्ड आके बताते हैं कि जी हम इससे डायग्नोसिस हुआ, हम डिप्रेशन में भी गए, हमने ये ट्रीटमेंट लिया और हम कैसे उसमें से उभर के आए। जी, एक पॉजिटिव एटीट्यूड और एक फैमिली का सपोर्ट बहुत ज़रूरी होता है। डॉक्टर्स तो चलो कर ही रहे हैं ट्रीटमेंट, बट एक पॉजिटिव जब ਆਪਾਂ ਕਹਿੰਦੇ ना कि ਆਪਾਂ ठीक होना है तो अंदरों एक शक्ति मिलती है ਆਪਾਂ ठीक होने ਦੀ। तो जो ਆਪਾਂ ट्रीटमेंट ਜਿਹੜਾ भी ਦਿੰਦੇ वो लगता भी अच्छी तरीके नाल है। जी, जो पेशेंट पहले ही डिप्रेस्ड ਰਹਿੰਦਾ है या ਕਹਿੰਦਾ कि मैं ठीक ही नहीं होना चाहिए, इच्छा ही खत्म होगी ठीक होने ਦੀ, ਉਹਨਾਂ 'ਚ रिजल्ट हमेशा थोड़े ਜਿਹੇ डाउन ही रहते। जी, तो मेरा मैसेज सब लिए यही रहूगा कि डायग्नोसिस से डरना नहीं है, ਆਪਾਂ ਉਹਨੂੰ फाइट करना है, ਇਕੱਠੇ ਰਹਿ ਕੇ फाइट करना है ਤੇ ਲੜ ਕੇ ਹੀ ਆਪਾਂ जीत ਸਕਦੇ ਹਾਂ। ਡਾਕਟਰ ਮੁਕੇਸ਼, ਤੁਸੀਂ ਕੀ ਕਹਿਣਾ ਚਾਹੋਗੇ ਜਾਂਦੇ ਮੈਸੇਜ ਦੇਣਾ ਅਸੀਂ? ਮੈਸੇਜ ਇਹੀ ਰਹੂਗਾ ਜੀ ਕਿ ਕੈਂਸਰ ਇੱਕ ਕਿਉਰ ਹੋਣ ਵਾਲੀ ਬਿਮਾਰੀ ਹੈ, ਜੜ ਤੋਂ ਖਤਮ ਹੋਣ ਵਾਲੀ ਬਿਮਾਰੀ ਹੈ। ਕੈਂਸਰ ਕੋਈ ਡੈਥ ਸੈਂਟੈਂਸ ਨਹੀਂ ਹੈ। ਅੱਜ ਦੀ ਡੇਟ 'ਚ ਜੇ ਆਪਾਂ ਗੱਲ ਕਰ ਲਈਏ, ਅਮਰੀਕਾ ਵਰਗੇ ਦੇਸ਼ਾਂ 'ਚ ਜੇ 100 ਕੈਂਸਰ ਡਿਟੈਕਟ ਹੋ ਰਹੇ ਹੈ ਤਾਂ 70 ਤੋਂ 75 ਕੈਂਸਰ ਜੜ ਤੋਂ ਖਤਮ ਹੋ ਰਹੇ ਹੈ। ਇਸ ਦਾ ਕਾਰਨ ਇਹੀ ਹੈ ਕਿ ਜੇ ਟਾਈਮ 'ਤੇ ਉਹ ਡਿਟੈਕਟ ਹੋ ਜੇ, ਅਰਲੀ ਸਟੇਜ 'ਤੇ ਡਿਟੈਕਟ ਹੋ ਜੇ ਅਤੇ ਆਪਾਂ ਪ੍ਰੋਪਰ ਤਰੀਕੇ ਨਾਲ ਉਹਦਾ ਇਲਾਜ ਲਈਏ ਤਾਂ ਇਹ ਬਿਲਕੁਲ ਜੜ ਤੋਂ ਖਤਮ ਹੋਣ ਵਾਲੀ ਬਿਮਾਰੀ ਹੈ। ਕੁਝ ਐਡਵਾਂਸ ਕੇਸਿਸ ਦੇ ਵਿੱਚ ਜਦੋਂ ਕੈਂਸਰ ਫੈਲ ਜਾਂਦਾ ਹੈ ਉਸ ਤੋਂ ਬਾਅਦ ਚਾਹੇ ਉਹਨੂੰ ਜੜ ਤੋਂ ਨਹੀਂ ਖਤਮ ਕੀਤਾ ਜਾ ਸਕਦਾ, ਪਰ ਕੁਝ ਲੇਟੈਸਟ ਦਵਾਈਆਂ ਨਾਲ ਆਪਾਂ ਲੰਬੇ ਟਾਈਮ ਤੱਕ ਮਰੀਜ਼ ਨੂੰ ਇੱਕ ਬਿਹਤਰ ਜ਼ਿੰਦਗੀ ਦੇ ਸਕਦੇ ਹਾਂ। ਤਾਂ ਮਰੀਜ਼ ਦੇ ਵਿੱਚ ਜੇ ਇੱਛਾ ਹੋਵੇ, ਵਿਲ ਪਾਵਰ ਹੋਵੇ, ਉਹ ਸਹੀ ਟਾਈਮ 'ਤੇ ਡਾਕਟਰ ਕੋਲ ਪਹੁੰਚ ਜਾਵੇ ਅਤੇ ਸਹੀ ਤਰੀਕੇ ਨਾਲ ਇਲਾਜ ਕਰਾਵੇ। ਅਤੇ ਕੈਂਸਰ ਕੋਈ ਡਰਨ ਵਾਲੀ ਚੀਜ਼ ਨਹੀਂ ਹੈਗੀ। ਕੈਂਸਰ ਵੀ ਇੱਕ ਆਮ ਬਿਮਾਰੀਆਂ ਵਾਂਗੂ ਬਿਮਾਰੀ ਹੈ ਜਿਸ ਤੋਂ ਅਸੀਂ ਜਿੱਤ ਸਕਦੇ ਹਾਂ।
ਡਾਕਟਰ ਵਿਜੇ ਬਾਂਸਲ ਤੁਹਾਡੇ ਕੋਲ ਆਉਣਾ ਚਾਹਾਂਗੇ। ਗਾਗਰ 'ਚ ਸਾਗਰ ਸਮੇਟਣਾ ਸਾਰੇ ਪ੍ਰੋਗਰਾਮ ਦਾ ਜਿਹੜਾ ਨਿਚੋੜ ਹੈ, ਜਿਹੜਾ ਇੱਕ ਅਵੇਅਰਨੈਸ ਕੰਪੇਨ ਅੱਜ ਅਸੀਂ ਚਲਾਈ ਹੈ ਇਸ ਪ੍ਰੋਗਰਾਮ ਦੇ ਥਰੂ, ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ देखो ਸਾਡੇ मैं ਦਰਸ਼ਕਾਂ तो ਨੂੰ? फिर दोबारा वही गल कहांगा ਤੁਹਾਨੂੰ ਕਿ ਕੈਂਸਰ ਇਜ਼ ਕਿਉਰੇਬਲ ਇਫ ਡਿਟੈਕਟਡ अर्ਲੀ। तो तीन ਗੱਲਾਂ ਹੈ। ਪਹਿਲਾ ਅਸੀਂ ਇਹਨੂੰ ਪ੍ਰੀਵੈਂਟ ਕਰਨਾ ਹੈ ਕਿ ਅਸੀਂ ਇਹਨੂੰ ਹੋਣ ਤੋਂ ਰੋਕੀਏ। ਸੈਕਿੰਡ, ਅਗਰ ਕਿਸੇ ਨੂੰ ਹੁੰਦਾ ਹੈ ਤਾਂ ਜਿਤਨੀ ਜਲਦੀ ਪਕੜ ਲਈਏ ਉਨਾ ਵਧੀਆ ਹੈ। ਥਰਡ, ਅਗਰ ਹੋ ਗਿਆ ਤਾਂ ਉਹਦਾ ਪ੍ਰੋਪਰ ਇਲਾਜ ਕਰੀਏ। तो ये तीन स्टैप हैं, ਇਹਦੇ ਨਾਲ ਅਸੀਂ ਕੈਂਸਰ ਦੀ ਬਿਮਾਰੀ ਨਾਲ ਲੜ ਸਕਦੇ हैं। ਪ੍ਰੀਵੈਂਸ਼ਨ ਸਾਨੂੰ ਪਤਾ ਹੈ ਕਿ ਅਸੀਂ ਲਾਈਫ ਸਟਾਈਲ ਚੇਂਜ ਕਰਨਾ ਹੈ, ਅਸੀਂ ਅੱਛਾ ਖਾਣਾ ਪੀਣਾ ਖਾਣਾ ਹੈ, ਆਪਣਾ এনवायरमेंट ਨੂੰ ਬਚਾ ਕੇ ਰੱਖਣਾ ਹੈ। अर्ਲੀ ਡਿਟੈਕਸ਼ਨ 4-5 ਗੱਲਾਂ ਹੀ ਹੈ। ਕਿੱਥੋਂ ਵੀ ਕੋਈ ਗਾਂਠ ਹੋ, ਕਿੱਥੋਂ ਵੀ ਸਰੀਰ ਵਿੱਚ 2-3 ਹਫ਼ਤੇ ਦੇ ਬਾਅਦ ਅਗਰ ਠੀਕ ਨਹੀਂ ਹੋ ਰਹੀ ਜਾਂਚ ਕਰਾਓ। ਕਿੱਥੇ ਵੀ ਕੋਈ ਅਲਸਰ ਹੈ, ਜ਼ਖਮ ਬਣਿਆ ਹੋਇਆ ਹੈ, ਅਗਰ 2 ਹਫ਼ਤੇ 'ਚ ਠੀਕ ਨਹੀਂ ਹੋ ਰਿਹਾ ਉਹਦੀ ਜਾਂਚ ਕਰਾਓ। ਕਿੱਥੋਂ ਵੀ ਬਲੀਡਿੰਗ ਹੈ ਜੋ ਨੋਰਮਲ ਨਹੀਂ ਹੈ ਬੋਡੀ 'ਚ, ਜਿੱਥੇ ਨੋਰਮਲ ਬਲੀਡਿੰਗ ਨਹੀਂ ਹੁੰਦੀ, अगर नहीं ठीक हो रही है हफ्ते 2 हफ्ते ਉਹਦੀ ਜਾਂਚ कराओ। बोलने में दिक्कत आ रही है, खाने में दिक्कत आ रही है, लेटरिन में दिक्कत आ रही है जो नॉर्मल नहीं है, नॉर्मल प्रॉब्लम होगी हफ्ते ठीक हो जाएगी, नहीं ठीक हो रही ਉਹਦਾ इलाज कराओ। तो मैं ਤੁਹਾਨੂੰ मेजर सिंपल, लंबा बुखार चल रहा है, भुख नहीं लग रही, वेट कम हो रहा है, ये लक्षण 90% बीमारी ये लक्षण होंगे, बड़े सिंपल लक्षण है। अगर हफ्ते 2 हफ्ते नहीं ठीक हो रहे, अगर हफ्ते 2 हफ्ते कोई सोजिश करके होगा, इन्फेक्शन करके होगा, ठीक हो जाएगा। नहीं हो रहा तो वो कराना है। तो ਅਸੀਂ ਉਹਦੀ ਜਾਂਚ ਕਰਾਣੀ ਹੈ ਤਾਂ ਕਿ ਅਸੀਂ ਨੂੰ ਜਲਦੀ ਤੋਂ ਜਲਦੀ ਪਕੜ ਸकें। ਤੀਸਰਾ ਇਲਾਜ ਹੈ। ਇਲਾਜ ਅਸੀਂ ਬਤਾਇਆ, ਸਰਜਰੀ 'ਚ ਵੀ ਜਿਹੜੀ ਇੰਨੀ ਪ੍ਰੋਬਲਮ ਨਹੀਂ ਆਉਂਦੀ। ਜ਼ਰੂਰੀ ਨਹੀਂ ਹੈ ਕਿ ਸਭ ਕੁਝ ਬੋਡੀ 'ਚ ਵੱਡਾ ਪਾਰਟ ਨਿਕਲ ਜਾਏਗਾ, ਕੋਈ ਅਪੰਗ ਹੋ ਜਾਏਗਾ ਜਾਂ ਕੋਈ ਔਰਗਨ ਨਿਕਲ ਜਾਏਗਾ, ਉਹਨੂੰ ਬਚਾ ਸਕਦੇ हैं। कीमोथेरेपी में ਅਸੀਂ ਕਹਿ ਸਕਦੇ ਹਾਂ ਕਿ ਇੰਨੇ ਸਾਈਡ ਇਫੈਕਟ ਨਹੀਂ ਹੈ, ਬੜੇ ਅੱਛੇ ਟੋਲਰੇਟ ਹੁੰਦੇ, ਬੜੀ ਅੱਛੀ ਦਵਾਈਆਂ ਆ ਗਈ ਹੈ, ਉਹਦੇ ਰਿਕਵਰੀ ਵੀ ਬੜੀ ਫਾਸਟ ਹੈ। ਤੀਜੀ, ਰੇਡੀਏਸ਼ਨ ਥੈਰੇਪੀ 'ਚ ਸਾਡੇ ਕੋਲ ਬੜੇ ਅੱਛੀ ਮਸ਼ੀਨਾਂ ਐਸੀ ਹੈ ਜੋ ਉਹ ਖਾਲੀ ਉसी ਔਰਗਨ 'ਚ ਦਵਾਈ ਰੇਡੀਏਸ਼ਨ ਜਾਂਦੀ ਹੈ ਔਰ ਕਿੱਥੇ ਨਹੀਂ ਜਾਂਦੀ, ਉਹਦੇ ਵੀ ਸਾਈਡ ਇਫੈਕਟ ਬਹੁਤ ਕਮ ਹੈ। ਤਾਂ ਘਬਰਾਉਣਾ ਨਹੀਂ ਹੈ, ਅਸੀਂ ਪ੍ਰੀਵੈਂਟ ਕਰਨਾ ਹੈ। ਪਹਿਲਾ ਟਾਰਗੇਟ ਹੈ ਅਸੀਂ ਪ੍ਰੀਵੈਂਟ ਕਰਨਾ ਹੈ, ਅਸੀਂ ਹੋਣ ਨਹੀਂ ਦੇਣਾ ਆਪਣੀ ਲਾਈਫ ਸਟਾਈਲ ਨਾਲ, ਉਹ ਸਾਡੇ ਹੱਥ 'ਚ ਹੈ। ਸੈਕਿੰਡ, ਜਲਦੀ ਤੋਂ ਜਲਦੀ ਪਕੜਨਾ ਹੈ। ਅਗਰ ਹੋ ਵੀ ਗਿਆ ਹੈ ਤਾਂ ਤੀਜਾ, ਅਸੀਂ ਉਹਦਾ ਪ੍ਰੋਪਰ ਇਲਾਜ ਲੈਣਾ ਹੈ ਤਾਂ ਕਿ ਅਸੀਂ ਉਹਨੂੰ ਜੜ ਤੋਂ ਮਿਟਾ ਸਕੀਏ। ਜੀ, ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਤੁਸੀਂ ਸਭ ਨੇ, ਔਰ ਇੱਕ ਜਾਗਰੂਕਤਾ ਜਿਹੜੀ ਆ ਉਹ ਸਾਡੇ ਅੱਜ ਆਡੀਅנס ਨੂੰ ਦਿੱਤੀ ਹੈ। ਤੁਸੀਂ ਜਾਗਰੂਕ ਰਹਿਣਾ ਹੈ, ਪ੍ਰੀਵੈਂਟ ਕਰਨਾ ਹੈ। ਅਸੀਂ ਇਸ ਬਿਮਾਰੀ ਨੂੰ, ਸਾਡੀ ਵਿਲ ਪਾਵਰ ਜਿਹੜੀ ਆ ਉਹ ਸਟਰੋਂਗ ਹੋਣੀ ਚਾਹੀਦੀ ਹੈ, ਸਾਡੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਨੇ, ਅਸੀਂ ਕੈਂਸਰ 'ਤੇ ਜਿੱਤ ਪਾ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ। ਪੂਰੀ ਦੀ ਪੂਰੀ IVY ਹਸਪੀਟਲ ਦੀ ਜਿਹੜੀ ਔਨਕੋ ਟੀਮ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸ਼ੁਕਰੀਆ। ਸ਼ੁਕਰੀਆ।